थैंक यू जी। बहुत बहुत धन्यवाद। ਸਾਰਿਆਂ ਦਾ ਬਹੁਤ ਬਹੁਤ ਸਵਾਗਤ ਸਵੇਰ ਦੇ ਧਿਆਨ ਸੱਤਰ ਵਿੱਚ ਜੁੜਨ ਲਈ। ਔਰ ਸਾਰਿਆਂ ਨੂੰ ਜੋ ਵੀ ਜ਼ੂਮ ਤੇ ਜੁਆਇਨ ਕੀਤਾ, ਜੋ YouTube ਤੇ ਦੇਖਦੇ ਨੇ, ਜਿਹੜੇ ਬਾਅਦ ਚ ਦੇਖਣਗੇ, ਸਾਰਿਆਂ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਏ, ਬਹੁਤ ਬਹੁਤ ਵਧਾਈ ਹੋਏ। ਅੱਜ ਦਾ ਦਿਨ ਸਾਡੀ ਜ਼ਿੰਦਗੀ ਬਦਲਣੇ ਵਾਲਾ ਦਿਨ ਹੋਏ ਔਰ ਅਸੀਂ ਜ਼ਿਆਦਾ ਧਿਆਨ ਕਰੀਏ ਔਰ ਗੁਰੂ ਨਾਨਕ ਦੇਵ ਜੀ ਦੀ ਅਸੀਂ ਕਿਰਪਾ ਦੇ ਪਾਤਰ ਬਣੀਏ, ਜ਼ਿਆਦਾ ਤੋਂ ਜ਼ਿਆਦਾ ਧਿਆਨ ਕਰੀਏ। ਔਰ ਜੋ ਅਸੀਂ ਇੰਨੇ ਦਿਨ ਦੀਆਂ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਸਿੱਖਿਆ ਜਿਹੜੀਆਂ ਸੀ ਉਹ ਸੁਣੀਆਂ, ਉਹਨਾਂ ਤੇ ਅਸੀਂ ਅਮਲ ਕਰੀਏ, ਉਹ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਣ। ਅਸੀਂ ਉਹਨਾਂ ਸਿਧਾਂਤਾਂ ਨੂੰ ਆਪਣੀ ਜ਼ਿੰਦਗੀ 'ਚ ਉਤਾਰ ਸਕੀਏ, ਕਿਉਂਕਿ ਐਸੇ ਲਈ ਗੁਰਪੁਰਬ ਮਨਾਏ ਜਾਂਦੇ ਨੇ। ਇਸ ਲਈ ਬਾਰ-ਬਾਰ ਉਹਨਾਂ ਸਾਖੀਆਂ ਨੂੰ, ਉਹਨਾਂ ਸਿਧਾਂਤਾਂ ਨੂੰ, ਉਹਨਾਂ ਤੇ ਵਿਚਾਰ ਕੀਤੀ ਜਾਂਦੀ ਹੈ, ਉਹਨਾਂ ਨੂੰ ਡਿਸਕਸ ਕੀਤਾ ਜਾਂਦਾ ਹੈ, ਤਾਂ ਕਿ ਅਗਰ ਅਸੀਂ ਜਿੱਥੇ ਗਲਤੀ ਕਰ ਰਹੇ ਹਾਂ, ਅਸੀਂ ਭੁੱਲ ਗਏ ਹਾਂ, ਤੇ ਫਿਰ ਸਾਨੂੰ ਦੁਬਾਰਾ ਸੇ ਉਹ ਚੀਜ਼ ਯਾਦ ਆ ਜਾਏ। ਔਰ ਇਸ ਲਈ ਗੁਰਪੁਰਬ ਮਨਾਣਾ ਸਾਡਾ ਤਾਂ ਹੀ ਸਫਲ ਹੈ ਜੇ ਅਸੀਂ ਉਹਨਾਂ ਸਿਧਾਂਤਾਂ ਤੇ ਚੱਲ ਰਹੇ ਹਾਂ। ਅੱਜ ਅਸੀਂ ਥੋੜਾ ਅੱਗੇ ਵਿਚਾਰ ਕਰਾਂਗੇ। ਬਹੁਤ ਹੈਰਾਨੀ ਦੀ ਗੱਲ ਹੈ ਕਿ ਗੁਰੂਆਂ ਨੇ ਸਾਨੂੰ ਹਰ ਚੀਜ਼ ਲਿਖ ਕੇ, ਸਮਝਾ ਕੇ, ਸਾਖੀਆਂ ਦੇ ਮਾਧਿਅਮ ਨਾਲ, ਸਿੱਖਾਂ ਦੇ ਸਵਾਲਾਂ ਦੇ ਮਾਧਿਅਮ ਨਾਲ ਸਾਨੂੰ ਹਰ ਚੀਜ਼ ਦੱਸੀ, ਲੇਕਿਨ ਪਤਾ ਨਹੀਂ ਸਾਡੀ ਸਮਝ ਵਿੱਚ ਆਇਆ ਨਹੀਂ ਕੁਝ ਵੀ। ਔਰ ਅਸੀਂ ਲੋਕਾਂ ਕੋਲੋਂ ਬਾਹਰ ਰਸਤਾ ਢੂੰਡਦੇ ਰਹੇ, ਪੁੱਛਦੇ ਰਹੇ, ਭਟਕਦੇ ਰਹੇ, ਔਰ ਆਪਣੇ ਆਪ ਕਦੀ ਖੋਜ ਕਰਨ ਦੀ, ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਅਸੀਂ ਵੀ ਤਾਂ ਪੜ੍ਹ ਸਕਨੇ ਆ। ਅਸੀਂ ਪੜ੍ਹ ਕੇ ਖੁਦ ਦੇਖੀਏ ਔਰ ਗੁਰੂ ਨਾਨਕ ਦੇਵ ਜੀ ਅੱਗੇ, ਗੁਰੂਆਂ ਅੱਗੇ ਅਰਦਾਸ ਕਰੀਏ, ਪ੍ਰਾਰਥਨਾ ਕਰੀਏ ਕਿ ਸਾਨੂੰ ਇਹ ਪ੍ਰਿੰਸੀਪਲ ਸਿਧਾਂਤ ਜਿਹੜੇ ਉਹਨਾਂ ਨੇ ਦੱਸੇ ਨੇ ਗੁਰਬਾਣੀ ਵਿੱਚ ਸਾਨੂੰ ਸਮਝ ਆਣ। ਅਸੀਂ ਦੂਸਰਿਆਂ ਤੇ ਡਿਪੈਂਡ ਰਹਿੰਦੇ ਆ ਕਿ ਕੋਈ ਸਮਝਾ ਦੇਵੇ ਸਾਨੂੰ, ਔਰ ਫਿਰ ਜੋ ਉਹ ਸਮਝਾਉਂਦੇ ਨੇ ਅਸੀਂ ਉਹਨਾਂ ਨੂੰ ਸੱਚ ਮੰਨ ਲੈਂਦੇ ਆ। ਮੈਂ ਵੀ ਅੱਜ ਤੱਕ ਇਹੀ ਕੁਝ ਕਰਦੀ ਰਹੀ। ਧਿਆਨ ਚਾਹਣ ਤੋਂ ਬਾਅਦ ਵੀ ਕੌਣ ਇੰਨੀ ਮਿਹਨਤ ਕਰੇ। ਧਿਆਨ ਕਰ ਲਿਆ, ਬਸ ਕਿਤਾਬਾਂ ਪੜ੍ਹ ਲਿਆ, ਠੀਕ ਹੈ, ਲੇਕਿਨ ਉਹ ਗਹਿਰਾਈ ਵਿੱਚ ਜਾਣਾ, ਉਹਨਾਂ ਸਿਧਾਂਤਾਂ ਨੂੰ ਸਮਝਣਾ, ਉਹ ਲੱਗਦਾ ਸੀ ਕਿ ਮੇਰੇ ਵਾਸ ਦਾ ਨਹੀਂ ਹੈ, ਮੈਨੂੰ ਨਹੀਂ ਸਮਝ ਆਏਗੀ। ਲੇਕਿਨ ਸਾਡਾ ਮਨ ਹੀ ਹੈ, ਜਿਸ ਵੇਲੇ ਸਾਡੇ ਮਨ ਵਿੱਚ ਆਂਦਾ ਕਿ ਮੈਂ ਸਮਝਣਾ, ਮੈਂ ਜਾਣਨਾ, ਮੈਨੂੰ ਇਸ ਪ੍ਰਸ਼ਨ ਦਾ ਉੱਤਰ ਚਾਹੀਦਾ, ਤੇ ਫਿਰ ਸਾਨੂੰ ਸਾਰੇ ਉੱਤਰ ਕਿਧਰੋਂ ਨਾ ਕਿਧਰੋਂ ਮਿਲਣ ਲੱਗ ਜਾਂਦੇ ਨੇ। ਔਰ ਉਹੀ ਮੇਰੇ ਨਾਲ ਵੀ ਹੋਇਆ। ਫਿਰ ਮੈਨੂੰ ਇਹ ਮਨ ਵਿੱਚ ਆਇਆ ਕਿ ਨਹੀਂ, ਮੈਨੂੰ ਇਹ ਸਮਝਣਾ, ਮੈਨੂੰ ਇਹਦਾ ਉੱਤਰ ਚਾਹੀਦਾ ਹੈ। ਗੁਰਬਾਣੀ 'ਚ ਕਿਸ ਜਗ੍ਹਾ ਤੇ ਲਿਖਿਆ, ਇਹਦਾ ਅਰਥ ਕੀ ਹੈ, ਲਿਖਿਆ ਹੈ ਕਿ ਨਹੀਂ ਲਿਖਿਆ। ਔਰ ਜਿਸ ਵੇਲੇ ਇਸ ਪਾਸੇ ਮੁੜੀ ਤੇ ਆਪਣੇ ਆਪ ਸਭ ਸਮਝ ਆਣ ਲੱਗ ਗਿਆ। ਤਾਂ ਅੱਜ ਅਸੀਂ ਅੱਗੇ ਚੱਲਨੇ ਆ। ਕਲ ਤਾਰਨ ਗੁਰੂ ਨਾਨਕ ਆਇਆ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਕੋਈ ਸਾਡਾ ਗਿਆਨ ਧਿਆਨ ਕਰਮ ਕਰਕੇ ਅਸੀਂ ਸੋਚੀਏ ਪਰਮਾਤਮਾ ਨੂੰ ਪਾ ਲਈਏ, ਉਹਦਾ ਥਾਂ ਪਾ ਲਈਏ, ਉਹਨੂੰ ਅਸੀਂ ਜਾਣ ਜਾਈਏ, ਉਹਦੀ ਵਡਿਆਈ ਨੂੰ ਜਾਣ ਜਾਈਏ, ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਨਹੀਂ ਜਾਣ ਸਕਦੇ। ਕਿਉਂਕਿ ਕਹਿੰਦੇ ਨੇ ਇਹ ਵੱਡ ਉੱਚਾ ਹੋਵੇ ਕੋਈ, ਤਿਸ ਉੱਚੇ ਕੋ ਜਾਣੇ ਸੋਏ। ਜਿਹੜਾ ਇੰਨਾ ਉੱਚਾ ਹੋਏਗਾ ਉਹੀ ਉਹਨੂੰ ਜਾਣ ਸਕੇਗਾ, ਤੇ ਉਹਦੇ ਜੈਸਾ ਤੇ ਕੋਈ ਹੈ ਹੀ ਨਹੀਂ। ਔਰ ਉਹਨੇ ਹੀ ਇਸ ਕਲਯੁਗ ਵਿੱਚ ਸਾਡੀ ਇੱਜ਼ਤ ਪੱਤ ਰੱਖੀ ਏ, ਸਾਨੂੰ ਬੁੱਧੀ ਦਿੱਤੀ ਏ, ਗਿਆਨ ਦਿੱਤਾ, ਤੇ ਸਾਡੇ ਆਪਣੇ ਮਿਹਨਤ ਨਾਲ ਸਿਰਫ ਇੰਨਾ ਹੀ ਸਾਨੂੰ ਫਲ ਮਿਲਦਾ ਹੈ ਕਿ ਪਰਮਾਤਮਾ ਨੂੰ ਤਰਸ ਆ ਜਾਂਦਾ ਹੈ ਕਿ ਹਾਂ ਇਹ ਲੱਗਾ ਹੋਇਆ, ਲੱਗਾ ਹੋਇਆ। ਔਰ ਫਿਰ ਕਿਸੇ ਦਿਨ ਉਹਦੀ ਮਿਹਰ ਹੋ ਜਾਂਦੀ ਹੈ। ਕਿਸ ਦਿਨ ਉਹਦੀ ਮਿਹਰ ਹੋਏਗੀ ਇਹ ਕੋਈ ਨਹੀਂ ਜਾਣਦਾ, ਲੇਕਿਨ ਹੋ ਜਾਂਦੀ ਹੈ। ਤਾਂ ਹੀ ਕਹਿੰਦੇ ਨੇ ਜਨਮ ਜਨਮ ਦੀ ਸਾਧਨਾ ਹੈ। ਕਿਸ ਜਨਮ ਵਿੱਚ ਸਾਧਨਾ ਫਲੀਭੂਤ ਹੋ ਜਾਏਗੀ ਇਹ ਕੋਈ ਨਹੀਂ ਜਾਣਦਾ। ਸੋ ਇਸ ਲਈ ਲੱਗੇ ਹੀ ਰਹਿਣਾ, ਅਸੀਂ ਛੋੜਨਾ ਨਹੀਂ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਜਿਸ ਵੇਲੇ ਸਾਰੀਆਂ ਉਦਾਸੀਆਂ ਕਰਕੇ, ਯਾਤਰਾ ਕਰਕੇ ਕਰਤਾਰਪੁਰ ਆਏ ਔਰ ਉੱਥੇ ਉਹਨਾਂ ਨੇ ਨਗਰ ਵਸਾਇਆ। ਇਹਦੀ ਵੀ ਬਹੁਤ ਅੱਛੀ ਵਧੀਆ ਸਾਖੀ ਹੈ ਕਿਸ ਤਰ੍ਹਾਂ ਉਹ ਨਗਰ ਵਸਿਆ। ਇੱਕ ਉੱਥੇ ਕਰੋੜੀਆ ਨਾਮ ਦਾ ਜ਼ਿਮੀਂਦਾਰ ਰਹਿੰਦਾ ਸੀ, ਤੇ ਜਿਸ ਵੇਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਉੱਥੇ ਸਤਸੰਗ ਹੋਣ ਲੱਗ ਗਿਆ, ਲੋਕ ਆਉਣ ਲੱਗ ਗਏ,
ਤੇ ਲੋਕਾਂ ਨੇ ਉਹਨੂੰ ਕਿਹਾ ਕਿ ਤੇਰੀ ਜਗ੍ਹਾ ਤੇ ਉੱਥੇ ਇੱਕ ਫਕੀਰ ਸਾਧੂ ਆ ਕੇ ਬੈਠਾ ਔਰ ਲੋਕ ਉਹਨੂੰ ਬੜਾ ਮੰਨਦੇ ਨੇ, ਤੇ ਉਹਨੇ ਕਿਹਾ ਮੈਂ ਜਾ ਕੇ ਉਠਾ ਦਿਆਂਗਾ। ਜਿਸ ਵੇਲੇ ਉਹ ਆਇਆ ਤੇ ਰਸਤੇ ਵਿੱਚ ਉਹਦੀ ਘੋੜੀ ਤੋਂ ਡਿੱਗਾ ਤੇ ਲੱਤ ਟੁੱਟ ਗਈ। ਫਿਰ ਠੀਕ ਹੋਇਆ ਕੁਝ ਸਮੇਂ ਬਾਅਦ, ਫਿਰ ਦੁਬਾਰਾ ਆਇਆ ਕਿ ਮੈਂ ਉਸ ਤਪੇ ਨੂੰ ਉਠਾ ਦਿਆਂਗਾ, ਤੇ ਫਿਰ ਉਹ ਅੰਨਾ ਹੋ ਗਿਆ। ਫਿਰ ਲੋਕਾਂ ਨੇ ਉਹਨੂੰ ਕਿਹਾ ਤੂੰ ਸ਼ੁੱਧ ਭਾਵਨਾ ਕਰਕੇ ਚੱਲ ਤਾਂ ਤੈਨੂੰ ਕੁਝ ਸਮਝ ਆਏਗੀ, ਤੂੰ ਗਲਤ ਭਾਵਨਾ ਨਾਲ ਜਾ ਰਿਹਾ ਔਰ ਬਾਰ-ਬਾਰ ਤੇਰੇ ਨਾਲ ਇਸ ਤਰ੍ਹਾਂ ਹੋ ਰਿਹਾ। ਫਿਰ ਉਹ ਮਨ ਵਿੱਚ ਸੋਚ ਕੇ ਆਇਆ ਕਿ ਮੈਂ ਸੇਵਾ ਕਰਾਂਗਾ, ਔਰ ਉਹ ਪਹੁੰਚਿਆ ਸ਼੍ਰੀ ਗੁਰੂ ਨਾਨਕ ਦੇਵ ਜੀ ਕੋਲ, ਔਰ ਦਰਸ਼ਨ ਕਰਕੇ ਉਹਦਾ ਮਨ ਬਦਲ ਗਿਆ। ਤੇ ਉਹਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੂੰ ਕਿ ਇਹ ਸਾਰੀ ਜਗ੍ਹਾ ਤੁਹਾਡੀ ਹੈ। ਕਿੱਥੇ? ਤੇ ਉਹ ਕਹਿ ਰਹੇ ਸੀ ਮੇਰੀ ਜਗ੍ਹਾ ਮੱਲੀ ਮੈਂ ਉਠਾਣਾ, ਤੇ ਕਿੱਥੇ ਆ ਕੇ ਕਹਿਣ ਲੱਗਿਆ ਸਾਰੀ ਜਗ੍ਹਾ ਤੁਹਾਡੀ ਹੈ, ਤੁਸੀਂ ਇੱਥੇ ਆਪਣੇ ਨਾਮ ਦਾ ਨਗਰ ਵਸਾਓ। ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸਾਰੀ ਧਰਤੀ ਸਾਰੀ ਸ੍ਰਿਸ਼ਟੀ ਸਾਡੀ, ਅਸੀਂ ਥੋੜੀ ਜਿਹੀ ਜਗ੍ਹਾ ਲੈ ਕੇ ਕੀ ਕਰਨੀ ਹੈ। ਲੇਕਿਨ ਜਿਸ ਵੇਲੇ ਉਹਨੇ ਬਹੁਤ ਬੇਨਤੀ ਕੀਤੀ ਕਿ ਆਪਣੇ ਨਾਮ ਦਾ ਨਗਰ ਵਸਾਓ, ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਕਰੋੜੀਏ ਨੂੰ ਜਵਾਬ ਦਿੱਤਾ ਕਿ ਅਸੀਂ ਇੱਥੇ ਆਪਣੇ ਨਾਮ ਦਾ ਨਗਰ ਨਹੀਂ ਵਸਾਣਾ, ਕਰਤਾਰ ਦੇ ਨਾਮ ਦਾ ਇੱਥੇ ਕਰਤਾਰਪੁਰ ਨਗਰ ਵਸੇਗਾ। ਤੇ ਉੱਥੋਂ ਫਿਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਹ ਕਰਤਾਰਪੁਰ ਨਗਰ ਵਸਾਇਆ, ਧਰਮਸ਼ਾਲ ਬਣਾਈ, ਮਾਤਾ ਪਿਤਾ ਬੱਚੇ ਪਤਨੀ ਸਭ ਉੱਥੇ ਆ ਕੇ ਰਹੇ, ਔਰ 18 ਸਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉੱਥੇ ਖੇਤੀਬਾੜੀ ਕੀਤੀ, ਆਪਣੀ ਹੱਥੀ ਕਿਰਤ ਕਰਕੇ ਦਿਖਾਈ। ਜਿਹੜੀ ਉਮਰ ਵਿੱਚ ਅਸੀਂ ਸੋਚ ਰਹੇ ਹਾਂ ਕਿ ਸਭ ਕੁਝ ਹੋ ਗਿਆ ਹੁਣ ਕੁਝ ਕਰਨ ਦੀ ਲੋੜ ਨਹੀਂ ਹੈ, ਉਸ ਸਮੇਂ ਉਹਨਾਂ ਨੇ ਕਰਕੇ ਦਿਖਾਇਆ ਕਿ ਜਦ ਤੱਕ ਇਨਸਾਨ ਕਿਰਤ ਕਰਦਾ ਰਹੇਗਾ, ਮਿਹਨਤ ਕਰਦਾ ਰਹੇਗਾ, ਜਦ ਤੱਕ ਜ਼ਿੰਦਗੀ ਹੈ ਤਦ ਤੱਕ ਕਰਦੇ ਹੀ ਰਹਿਣਾ, ਤਾਂ ਹੀ ਉਹਦਾ ਧਰਤੀ ਤੇ ਆਣਾ ਸਫਲ ਹੈ। ਤੇ ਉਹ ਕਰਤਾਰਪੁਰ ਜਿਸ ਵੇਲੇ ਗੁਰੂ ਨਾਨਕ ਦੇਵ ਜੀ ਵਿਰਾਜਮਾਨ ਸਨ ਔਰ ਸਤਸੰਗ ਹੁੰਦਾ ਸੀ, ਸੰਗਤ ਆਂਦੀ ਸੀ, ਤੇ ਉਸ ਟਾਈਮ ਗੁਰੂ ਨਾਨਕ ਦੇਵ ਜੀ ਦੇ ਮਨ ਵਿੱਚ ਆਇਆ ਕਿ ਮੈਂ ਸਾਰੀ ਧਰਤੀ ਦਾ ਸੰਪੂਰਨ ਧਰਤੀ ਦਾ ਭ੍ਰਮਣ ਕੀਤਾ ਹੈ, ਔਰ ਪਰਮਾਤਮਾ ਦਾ ਨਿਰੰਕਾਰ ਦਾ ਜਿਹੜਾ ਸੰਦੇਸ਼ ਹੈ, ਸੱਚ ਹੈ, ਉਹ ਸਾਰੇ ਜੀਵਾਂ ਤੱਕ ਪਹੁੰਚਾਇਆ, ਤੇ ਹੁਣ ਮੈਂ ਆਪਣੇ ਅੰਗ ਤੋਂ ਅੰਗਦ ਪੈਦਾ ਕਰਾਂ ਔਰ ਉਹਨੂੰ ਇਹ ਸਾਰਾ ਜ਼ਿੰਮੇਵਾਰੀ ਸੌਂਪ ਕੇ ਮੈਂ ਨਿਰੰਕਾਰ ਦੇ ਚਰਨਾਂ 'ਚ ਚੱਲਾਂ। ਜਿਸ ਵੇਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਮਨ ਵਿੱਚ ਧਾਰਨ ਕੀਤਾ, ਮਨ ਵਿੱਚ ਸੋਚਿਆ, ਔਰ ਉਹ ਪ੍ਰਾਰਥਨਾ ਨਿਰੰਕਾਰ ਅੱਗੇ ਰੱਖੀ, ਤੇ ਨਿਰੰਕਾਰ ਨੇ ਕਿਹਾ ਕਿ ਮੈਂ ਜਿਸ ਟਾਈਮ 52 ਅਵਤਾਰ ਧਾਰਿਆ ਸੀ, ਉਸ ਟਾਈਮ ਮੈਂ ਬਿਲੋਚਨ ਰਿਸ਼ੀ ਨੂੰ ਗੁਰੂ ਬਣਾਇਆ ਸੀ। ਉਹ ਪਹਿਲੇ ਵੀ ਬਿਲੋਚਨ ਰਿਸ਼ੀ ਜਿਹੜੇ ਸੀ ਉਹ ਦੇਵਤਿਆਂ ਦੇ ਗੁਰੂ ਸੀ, ਰਿਸ਼ੀਆਂ ਦੇ। ਔਰ ਨਿਰੰਕਾਰ ਨੇ ਕਿਹਾ ਗੁਰੂ ਨਾਨਕ ਦੇਵ ਜੀ ਨੂੰ ਕਿ ਤੁਹਾਡੇ ਮਨ ਚ ਆਇਆ ਵਾਪਸ ਆਉਣ ਦਾ, ਤੇ ਬਹੁਤ ਅੱਛੀ ਗੱਲ ਹੈ, ਤੇ ਬਿਲੋਚਨ ਰਿਸ਼ੀ ਨੂੰ ਕਹਿੰਦੇ ਆ ਕਿ ਉਹ ਧਰਤੀ ਤੇ ਜਾਣ ਤੇ ਤੁਹਾਡਾ ਜਿਹੜਾ ਇਹ ਸੱਚ ਦਾ ਤੁਸੀਂ ਸ਼ੁਰੂ ਕੀਤਾ ਪ੍ਰਚਾਰ, ਇਹਨੂੰ ਅੱਗੇ ਵਧਾਣ। ਹੁਣ ਦੇਖੋ ਬਹੁਤ ਹੀ ਗਹਿਰੀਆਂ ਗੱਲਾਂ ਨੇ। ਇੱਕ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਕਰਤਾਰਪੁਰ ਕਰਤਾਰ ਦੇ ਨਾਮ ਦਾ ਨਗਰ ਵਸਾਣਾ ਹੈ, ਸਾਡੇ ਨਾਮ ਦਾ ਨਗਰ ਨਹੀਂ। ਤੇ ਇੱਥੇ ਉਹ ਕਹਿ ਰਹੇ ਨੇ ਕਿ ਬਿਲੋਚਨ ਰਿਸ਼ੀ ਜਿਹੜੇ ਨੇ ਉਹ ਪਹਿਲੇ ਵੀ ਰਿਸ਼ੀਆਂ ਦੇ ਦੇਵਤਿਆਂ ਦੇ ਗੁਰੂ ਸੀ, ਔਰ ਉਹ ਜਾ ਕੇ ਧਰਤੀ ਤੇ ਅਵਤਾਰ ਲੈਣ, ਧਰਤੀ ਤੇ ਉਹ ਅੱਗੇ ਇਸ ਪੰਥ ਨੂੰ, ਸੱਚ ਦੇ ਪੰਥ ਨੂੰ ਅੱਗੇ ਚਲਾਣ। ਬਿਲੋਚਨ ਰਿਸ਼ੀ ਜੀ ਨੂੰ ਕਿਹਾ ਗਿਆ, ਤੇ ਫਿਰ ਉਹਨਾਂ ਨੇ ਆ ਕੇ ਧਰਤੀ ਤੇ ਅਵਤਾਰ ਲਿਆ, ਔਰ ਫਿਰ ਉਹ ਗੁਰੂ ਅੰਗਦ ਬਣੇ। ਤੇ ਕਿੰਨੀ ਯੁਗਾਂ ਦੀ ਸਾਧਨਾ ਹੁੰਦੀ ਹੈ ਤੇ ਇਸ ਅਵਸਥਾ ਤੱਕ ਕੋਈ ਆਤਮਾ ਪਹੁੰਚਦੀ ਹੈ। ਫਿਰ ਉਹਨਾਂ ਨੇ ਭਾਈ ਲਹਿਣਾ ਦੇ ਨਾਮ ਨਾਲ ਧਰਤੀ ਤੇ ਜਨਮ ਲਿਆ, ਫਿਰ ਉਮਲ ਖੱਤਰੀ ਜੀ ਔਰ ਮਾਤਾ ਸਭਰਾਈ ਦੇ ਘਰ, ਔਰ ਫਿਰ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਮਿਲੇ। ਹਰ ਇੱਕ ਆਤਮਾ ਜੋ ਧਰਤੀ ਤੇ ਆਂਦੀ ਹੈ ਉਹ ਧਰਤੀ ਦੇ ਨਿਯਮਾਂ ਦੇ ਹਿਸਾਬ ਨਾਲ ਚਲਦੀ ਹੈ, ਮਿਹਨਤ ਕਰਦੀ ਹੈ, ਔਰ ਫਿਰ ਪਰਮਾਤਮਾ ਤੱਕ ਪਹੁੰਚਦੀ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਆਪ ਨਿਰੰਕਾਰ ਧਰਤੀ ਤੇ ਆਏ, ਉਹਨਾਂ ਦਾ ਜੀਵਨ ਬਿਲਕੁਲ ਅਲੱਗ ਹੈ, ਉਹ ਤੇ ਆਪ ਨਿਰੰਕਾਰ ਸਨ। ਬਾਕੀ ਜਿਹੜੇ ਅੱਗੋਂ ਹੋਏ ਗੁਰੂ, ਉਹਨਾਂ ਨੇ ਸਭ ਕੁਝ ਸਾਨੂੰ ਮਿਹਨਤ ਕਰਕੇ, ਸਾਧਨਾ ਕਰਕੇ, ਘਾਲਣਾ ਘਾਲ ਕੇ ਦਿਖਾਇਆ ਕਿ ਪਰਮਾਤਮਾ ਤੱਕ ਪਹੁੰਚਣ ਦਾ ਇਹ ਰਸਤਾ ਹੈ। ਤੇ ਜਿਹੜੇ ਭਾਈ ਲਹਿਣਾ ਜੀ ਸੀ, ਉਹ ਖਡੂਰ ਵਿੱਚ ਉਹ ਰਹਿੰਦੇ ਸੀ, ਤੇ ਉੱਥੇ ਇੱਕ ਸਿੱਖ ਰਹਿੰਦਾ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ, ਜਿਹਦਾ ਨਾਮ ਭਾਈ ਜੋਧ ਆਂਦਾ ਹੈ।
ਉਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੜ੍ਹ ਰਿਹਾ ਸੀ ਤੇ ਲਹਿਣਾ ਜੀ ਦੇ ਕੰਨ 'ਚ ਆਵਾਜ਼ ਆਈ, ਤੇ ਜਿਤ ਕੀਤਾ ਪਾਈਏ ਆਪਣਾ, ਸਾ ਕਾਲ ਬੁਰੀ ਕਿਉਂ ਕਾਲੀਏ, ਮੰਦਾ ਮੂਲ ਨਾ ਕੀਚਈ ਤੇ ਲੰਮੀ ਨਦਰ ਨਿਹਾਲੀਏ। ਕਿ ਜਿਹੜੇ ਕਰਮ ਕਰਨ ਨਾਲ ਆਪਣਾ ਕੀਤਾ ਆਪ ਹੀ ਪਾਣਾ ਹੈ, ਤੇ ਉਹ ਬੁਰੇ ਕਰਮ ਕਰਨੇ ਹੀ ਕਿਉਂ ਨੇ ਜਿਹੜੇ ਭੋਗਨੇ ਪੈਣਗੇ। ਤੇ ਇਸ ਵਾਸਤੇ ਕਿਸੇ ਤਰ੍ਹਾਂ ਨਾਲ ਵੀ ਬੁਰਾ ਨਹੀਂ ਕਰਨਾ, ਔਰ ਬਹੁਤ ਦੂਰ ਦ੍ਰਿਸ਼ਟੀ ਨਾਲ ਸੋਚਣਾ ਹੈ। ਹੁਣ ਇੱਥੇ ਥੋੜਾ ਇਹ ਸੋਚਣ ਦੀ ਗੱਲ ਹੈ ਕਿ ਇੱਥੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਦਿਵਯ ਦ੍ਰਿਸ਼ਟੀ ਨਾਲ ਸੋਚ, ਉਹ ਕਹਿ ਰਹੇ ਦੂਰ ਦ੍ਰਿਸ਼ਟੀ, ਥੋੜਾ ਆਰਾਮ ਨਾਲ ਸੋਚ ਕਿ ਇਹ ਜੋ ਮੈਂ ਕਰ ਰਿਹਾ ਇਹ ਅਗਰ ਵਾਪਸ ਮੈਨੂੰ ਮਿਲੇਗਾ ਤੇ ਕੀ ਹੋਏਗਾ, ਕੀ ਮੈਂ ਲੈਣ ਲਈ ਤਿਆਰ ਹਾਂ। ਤੇ ਕਹਿ ਰਹੇ ਨੇ ਕਿ ਜਿਹੜੇ ਕੰਮ ਕਰਨ ਨਾਲ ਜਿਤ ਕੀਤਾ ਪਾਈਏ ਆਪਣਾ, ਆਪਣਾ ਕੀਤਾ ਆਪ ਹੀ ਪਾਣਾ ਹੈ, ਸਾ ਕਾਲ ਬੁਰੀ ਕਿਉਂ ਕਾਲੀਏ, ਉਹ ਬੁਰਾ ਕੰਮ ਕਿਉਂ ਕਰਨਾ। ਮੰਦਾ ਮੂਲ ਨਾ ਕੀਚੇ, ਕਿ ਭੁੱਲ ਕੇ ਵੀ ਕੋਈ ਮੰਦਾ ਕਰਮ ਨਾ ਕਰ, ਕਿਸੇ ਦਾ ਮੰਦਾ ਨਾ ਮੰਗ, ਦੇ ਲੰਮੀ ਨਦਰ ਨਿਹਾਲੀਏ, ਬਹੁਤ ਦੂਰ ਤੱਕ ਸੋਚ ਕੇ ਤਾਂ ਕੋਈ ਕਰਮ ਕਰ। ਤੇ ਉਹਨਾਂ ਨੇ ਪੁੱਛਿਆ ਬਾਣੀ ਕਿਹਦੀ ਹੈ, ਬੜੀ ਮਿੱਠੀ ਬਾਣੀ ਹੈ। ਤੇ ਭਾਈ ਜੋਧ ਨੇ ਕਿਹਾ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ। ਤੇ ਉਹਨਾਂ ਨੇ ਕਿਹਾ ਕਿ ਮੈਂ ਦਰਸ਼ਨ ਕਰ ਸਕਣਾ ਗੁਰੂ ਨਾਨਕ ਦੇਵ ਜੀ ਦੇ। ਤੇ ਉਹਨਾਂ ਨੇ ਕਿਹਾ ਹਾਂ, ਕਰਤਾਰਪੁਰ ਰਹਿੰਦੇ ਨੇ। ਤੇ ਭਾਈ ਲਹਿਣਾ ਜੀ ਆਪਣੇ ਪਰਿਵਾਰ ਨਾਲ ਦੁਰਗਾ ਦੀ ਪੂਜਾ ਕਰਨ ਜਾਂਦੇ ਸੀ, ਹਰ ਸਾਲ ਸੰਗਤ ਨਾਲ ਲੈ ਕੇ ਤੀਰਥ ਯਾਤਰਾ ਕਰਦੇ ਸੀ। ਤੇ ਜਿਸ ਵੇਲੇ ਦੁਰਗਾ ਦੀ ਪੂਜਾ ਕਰਨ ਜਾ ਰਹੇ ਸੀ ਤੇ ਰਸਤੇ ਵਿੱਚ ਉਹਨਾਂ ਨੂੰ ਕਰਤਾਰਪੁਰ ਦੇ ਨੇੜੇ ਰੁਕੇ, ਤੇ ਰਸਤੇ 'ਚ ਉਹਨਾਂ ਨੂੰ ਉਸ ਟਾਈਮ ਇੱਕ ਸੰਗੀ ਜਿਹੜਾ ਸੀ ਉਹਨੇ ਕਿਹਾ ਕਿ ਜਿੱਦਾਂ ਤੂੰ ਸ਼ਬਦ ਪੜ੍ਹਦਾ ਰਹਿਣਾ ਲੈਣਿਆ, ਉਸੇ ਗੁਰੂ ਨਾਨਕ ਦਾ ਕਰਤਾਰਪੁਰ ਹੈ ਨਗਰ ਹੈ। ਤੇ ਉਹਨਾਂ ਦੇ ਮਨ ਵਿੱਚ ਆਇਆ ਕਿ ਮੈਂ ਗੁਰੂ ਨਾਨਕ ਦੇਵ ਜੀ ਨੂੰ ਜਾ ਕੇ ਮਿਲਾਂ। ਤੇ ਸਾਰਿਆਂ ਤੋਂ ਅਲੱਗ ਹੋ ਕੇ ਇਕੱਲੇ ਹੀ ਘੋੜੀ ਤੇ ਬੈਠ ਕੇ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਚੱਲ ਪਏ। ਹੁਣ ਪਹਿਲੇ ਦੀ ਹੋਰ ਹੁਣ ਦੀ ਗੱਲ ਬਹੁਤ ਅਲੱਗ ਹੈ। ਅੱਜ ਕੱਲ ਤੇ ਹਰ ਚੀਜ਼ GPS ਹੈ, ਫੋਨ ਹੈ, ਹਰ ਚੀਜ਼ ਹੈ, ਲੇਕਿਨ ਉਸ ਟਾਈਮ ਤੇ ਐਸਾ ਕੁਝ ਨਹੀਂ ਸੀ। ਤੇ ਉਹ ਚੱਲ ਪਏ। ਇੱਧਰ ਸ਼੍ਰੀ ਗੁਰੂ ਨਾਨਕ ਦੇਵ ਜੀ ਧਰਮਸ਼ਾਲ ਵਿੱਚ ਬੈਠੇ ਸੀ ਤੇ ਉਹਨਾਂ ਨੂੰ ਪਤਾ ਚੱਲ ਗਿਆ ਕਿ ਮੇਰੇ ਰਾਜ ਦਾ ਧਨੀ, ਜਿਹਨੇ ਮੇਰਾ ਰਾਜ ਅੱਗੇ ਚਲਾਣਾ ਹੈ ਸੱਚ ਦਾ, ਉਹ ਆ ਗਿਆ। ਤੇ ਗੁਰੂ ਨਾਨਕ ਦੇਵ ਜੀ ਅੱਗੋਂ ਦੀ ਗਏ ਔਰ ਰਸਤੇ ਵਿੱਚ ਭਾਈ ਲਹਿਣਾ ਜੀ ਨੂੰ ਮਿਲੇ। ਹੁਣ ਭਾਈ ਲਹਿਣਾ ਜੀ ਤੇ ਨਹੀਂ ਪਹਿਚਾਨਦੇ, ਲੇਕਿਨ ਗੁਰੂ ਨਾਨਕ ਤੇ ਜਾਣਦੇ ਨੇ। ਤੇ ਉਹ ਕਹਿਣ ਲੱਗੇ ਭਾਈ ਲਹਿਣਾ ਜੀ ਕਿ ਮੈਂ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਆਇਆ, ਤੇ ਉਹਨਾਂ ਦਾ ਕਿੱਥੇ ਵੇ ਧਰਮਸ਼ਾਲ। ਤੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਮੈਂ ਲੈ ਚੱਲਣਾ। ਐ ਨਹੀਂ ਕਿਹਾ ਕਿ ਮੈਂ ਹੀ ਨਾਨਕ ਹਾਂ, ਕਹਿਣ ਲੱਗੇ ਮੈਂ ਲੈ ਚੱਲਣਾ, ਤੂੰ ਆਪਣੇ ਘੋੜੀ ਦੀ ਲਗਾਮ ਮੈਨੂੰ ਪਕੜਾ ਦੇ। ਤੇ ਭਾਈ ਲਹਿਣਾ ਜੀ ਦੀ ਲਗਾਮ ਘੋੜੀ ਦੀ ਪਕੜ ਕੇ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਧਰਮਸ਼ਾਲ ਲੈ ਆਏ ਔਰ ਕਹਿਣ ਲੱਗੇ ਇੱਥੇ ਘੋੜੀ ਬੰਨ ਕੇ ਤੇ ਇਸ ਦਰਵਾਜ਼ੇ ਤੋਂ ਅੰਦਰ ਚਲੇ ਜਾਓ। ਤੇ ਆਪ ਦੂਸਰੇ ਦਰਵਾਜ਼ੇ ਚੋਂ ਜਾ ਕੇ ਅੰਦਰ ਬੈਠ ਗਏ, ਸੰਗਤ ਵੀ ਬੈਠੀ ਹੈ। ਤੇ ਭਾਈ ਲਹਿਣਾ ਜੀ ਨੇ ਜਿਸ ਵੇਲੇ ਦੇਖਿਆ ਅੰਦਰ ਜਾ ਕੇ, ਪੁੱਛਿਆ ਕਿ ਗੁਰੂ ਨਾਨਕ ਨੂੰ ਮੈਂ ਮਿਲਣ ਆਇਆ, ਤੇ ਕਹਿਣ ਲੱਗੇ ਇਹੀ ਗੁਰੂ ਨਾਨਕ ਨੇ। ਤੇ ਉਹ ਇੰਨੇ ਮਨ ਵਿੱਚ ਹੈਰਾਨ ਹੋ ਗਏ ਕਿ ਇਹੀ ਤੇ ਮੈਨੂੰ ਇੱਥੇ ਲੈ ਕੇ ਆਏ ਨੇ, ਤੇ ਮੈਂ ਘੋੜੀ ਤੇ ਚੜ ਕੇ ਆਇਆ ਔਰ ਇਹ ਪੈਦਲ ਚਲਦੇ ਆਏ। ਜੇ ਮੈਨੂੰ ਪਤਾ ਹੁੰਦਾ ਮੈਂ ਇਹਨਾਂ ਨੂੰ ਘੋੜੀ ਤੇ ਬਿਠਾਉਂਦਾ, ਮੈਂ ਆਪ ਪੈਦਲ ਚਲਦਾ। ਤੇ ਮਨ ਵਿੱਚ ਬਹੁਤ ਹੀ ਸੋਚਣ ਲੱਗ ਗਏ ਕਿ ਮੈਨੂੰ ਪਤਾ ਨਹੀਂ ਚੱਲਿਆ। ਤੇ ਉਸ ਵੇਲੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਪੁਰਖਾ ਮਨ ਵਿੱਚ ਕੁਝ ਵਿਚਾਰ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਜਿਨ੍ਹਾਂ ਨੇ ਲੈਣਾ ਹੈ ਉਹ ਹਮੇਸ਼ਾ ਹੀ ਚੜ ਕੇ ਆਉਂਦੇ ਨੇ। ਤੂੰ ਲੈਣਾ, ਅਸੀਂ ਤੇਰਾ ਦੇਣਾ ਹੈ। ਤੇ ਮਨ ਵਿੱਚ ਕੋਈ ਐਸਾ ਵਿਚਾਰ ਕਰਨ ਦੀ ਜ਼ਰੂਰਤ ਨਹੀਂ, ਉਦਾਸ ਹੋਣ ਦੀ ਜ਼ਰੂਰਤ ਨਹੀਂ ਹੈ। ਹੁਣ ਇੱਥੇ ਵੀ ਸਮਝਣ ਦੀ ਗੱਲ ਹੈ ਕਿ ਉਹਨਾਂ ਨੇ ਜੋ ਵੀ ਸਾਧਨਾ ਕੀਤੀ, ਪਿਛਲੇ ਜਨਮਾਂ ਵਿੱਚ ਕੀਤੀ, ਇਸ ਜਨਮ ਵਿੱਚ ਕੀਤੀ, ਜੋ ਉਹਨਾਂ ਦੇ ਪਰਿਵਾਰ ਦਾ ਜਿਹੜਾ ਚੱਲ ਰਿਹਾ ਸੀ, ਦੁਰਗਾ ਦੇਵੀ ਦੀ ਪੂਜਾ ਕਰਨਾ, ਯਾਤਰਾ ਤੇ ਜਾਣਾ, ਤੇ ਉਹ ਕਰਦੇ ਰਹੇ, ਕਈ ਸਾਲ ਕਰਦੇ ਰਹੇ। ਲੇਕਿਨ ਜਿਸ ਵੇਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਤਰਫ ਕਦਮ ਵਧਾਇਆ ਤੇ ਗੁਰੂ ਨਾਨਕ ਦੇਵ ਜੀ ਅੱਗੋਂ ਦੀ ਲੈਣ ਆਏ। ਜਿਸ ਵੇਲੇ ਕੋਈ ਪਰਮਾਤਮਾ ਦੇ ਰਸਤੇ ਤੇ ਸੱਚੇ ਮਨ ਨਾਲ ਚੱਲਦਾ ਹੈ ਪਰਮਾਤਮਾ ਨੂੰ ਪਾਉਣ ਵਾਸਤੇ, ਉਹ ਆਪਣੇ ਆਪ ਨਹੀਂ ਪਹੁੰਚਦਾ, ਪਰਮਾਤਮਾ ਅੱਗੋਂ ਲੈਣ ਆਉਂਦਾ ਹੈ, ਖੁਦ ਬਾਹ ਪਕੜ ਕੇ ਲੈ ਜਾਂਦਾ ਹੈ। ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਿਸ ਵੇਲੇ ਭਾਈ ਲਹਿਣਾ ਜੀ ਨੂੰ ਕਿਹਾ ਕਿ ਤੂੰ ਲੈਣਾ, ਅਸੀਂ ਦੇਣਾ, ਤੇ ਕਹਿਣ ਲੱਗੇ ਹੁਣ ਤੁਸੀਂ ਜਾਓ। ਕਿਉਂਕਿ ਭਾਈ ਲਹਿਣਾ ਜੀ ਦੇ ਮਨ ਵਿੱਚ ਆਇਆ ਕਿ ਅਗਰ ਹੁਣ ਮੈਨੂੰ ਇਸ ਵਾਰੀ ਘਰ ਭੇਜਣ ਨਾ, ਤੇ ਮੈਂ ਬੜੀ ਇੱਜ਼ਤ ਮਾਨ ਨਾਲ ਅੱਗੋਂ ਆਵਾਂਗਾ ਅਗਲੀ ਵਾਰ। ਤੇ ਉਹਨਾਂ ਦੇ ਮਨ ਦੀ ਗੱਲ ਬੁੱਝ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੁਣ ਤੁਸੀਂ ਜਾਓ। ਤੇ ਉਹ ਜਿਸ ਵੇਲੇ ਵਾਪਸ ਆਏ ਆਪਣੇ ਸੰਗ ਵਿੱਚ ਮਿਲੇ ਆ ਕੇ, ਤੇ ਸਾਰਿਆਂ ਨੇ ਕਿਹਾ ਹੁਣ ਅੱਗੇ ਚੱਲਣਾ ਹੈ। ਤੇ ਉਹਨਾਂ ਨੇ ਕਿਹਾ ਨਹੀਂ, ਮੇਰਾ ਤੇ ਹੁਣ ਮੇਰਾ ਜਿਹੜਾ ਮੰਜ਼ਿਲ ਹੈ ਉਹ ਆ ਗਈ ਹੈ,
मैं हुण किधरे नहीं जाना, हुण तुसी तीरथ यात्रा करन जाओ। जिस गल वास्ते तीरथ यात्रा करनी सी हुण तक मैं करदा रहा, वो मैनू मिल गई है, वो मंजिल मिल गई जिहदे वास्ते मैं इन्नियां यात्रा कीतियां। तुसी जाओ, हुण मैं नहीं जाना, मैं गुरु नानक देव जी दे चरणां च ही जाना है। फिर वो घर गए और उथों फिर वो गुरु नानक देव जी वाल चले और कुछ बन के समान जो भी उन्हां दी शरधा सी वो लियाया गुरु नानक देव जी कोल। और गुरु नानक देव जी उस वेले खेतां विच काम कर रहे सी ते माता सुलखनी जी कोलों उन्होंने पूछया कि गुरु नानक देव जी कित्थे ने, मैं उन्हां वास्ते भेटा लियाया। ते उन्होंने कहा गुरु नानक देव जी खेतां च काम कर रहे ने। ते भाई लहना जी वो भेटा रख के खेतां विच गए और कहन लगे गुरु जी मैं भी काम करना वा। ते करन लग गए काम खेतां विच। ते गुरु नानक देव जी ने कहा तैनू नहीं करना आंदा है काम, तू ये घास दी जेड़ी गठरी बन्नी हुई है ए घर लै चल, असी भी आने आ। ते ओ घास दी गठरी लहना जी दे सिर ते रखवा दित्ती और वो गिल्ला मिट्टी ओदे चों टपक रही है थल्ले। ते उन्हां दा बहुत रेशमी कुड़ता उन्होंने पाया सी क्योंकि बहुत अच्छे परिवार दे सी। ते पूरे कुड़ते ते ओ जेड़ियां मिट्टी दियां छिट्टां पै गईयां। और जिस वेले श्री गुरु नानक देव जी नाल ही नाल घर पहुंचे भाई लहना जी दे नाल, ते माता सुलखनी जी ने देख के कहा कि ए सिख आया दर्शन करन और तुसी एदे ते घास दी पंड चुकवाई, जेड़ी गिल्ली जेड़ी मिट्टी बह रही सी, ते सारे एदा रेशमी कुड़ता खराब हो गया। ते श्री गुरु नानक देव जी ने कहा कि यह खराब नहीं होया, यह सवर गया, यह मेरे अंगां तो पैदा होया और अज तो एदा नाम अंगद है। ते श्री गुरु नानक देव जी ने गले लगा के ते नाम अंगद कर दिता। नाम भाई लहना सी और श्री गुरु नानक देव जी ने नाम अंगद कर दिता। ते फिर गुरु अंगद देव जी उत्थे गुरु नानक देव जी की सेवा विच ही रहे 7 साल, दिन रात सेवा करते सी। हुक्म मन्ना, श्री गुरु अंगद देव जी ने दसिया कि गुरु का हुक्म किस तरह मनना, जो गुरु ने कह दिता 7 बचन। श्री गुरु नानक देव जी ने कहा कि पेड़ ते चढ़ जाओ और पेड़ नूं हिलाओ, मिठाइयां गिरनगियां संगत वास्ते, संगत नूं मिठाई छकाओ। ते उन्होंने यह नहीं कहा कि पेड़ां तो कदी मिठाइयां गिरदियां ने। श्री चंद जी ने कहा कि पेड़ां तो भी कदी मिठाइयां गिरियां ने। लक्ष्मीदास नूं कहा अपने छोटे सपुत्र नूं, उन्हें कहा ठीक कह रहे वड्डा भरा, कदी पेड़ां तो मिठाइयां गिरियां ने। ते फिर भाई लहने वाल देखिया कि पेड़ ते चढ़ के पेड़ हिलाओ मिठाइयां गिरनगियां। ते भाई लहना जी 7 बचन कह के जिसले पेड़ ते चढ़न लगे ते भाई बाबा श्री चंद जी ने कहा कि लहना की कर रहे हैं, लोग मजाक उड़ाएंगे। कहने लगे पेड़ ते चढ़ना मेरा काम है। श्री गुरु जी ने कहा पेड़ ते चढ़ के पेड़ नूं हिलाओ, ओना मेरा काम है। अगों की गिरेगा ए गुरु नानक दा काम है, मिठाइयां गिरनगियां कि की गिरेगा वो मेरा काम नहीं है। मेरा काम है गुरु दी आज्ञा दा पालन करना। और मिठाइयां गिरियां और फिर संगत नूं उन्होंने मिठाइयां छकाइयां। ते बहुत सारियां ऐसियां परीक्षा हुईयां और भाई लहना जी हर परीक्षा चो पास होए। और श्री गुरु नानक देव जी ने फिर भाई लहना जी नूं जपजी साहब का पाठ जिहड़ा अज असीं सुनिया, जप बाणी का नाम है, जपजी असीं सत्कार नाल कहने आ, जी लगाने आ। और फिर वो सारी बाणी जिहड़ी सिद्धा नाल श्री गुरु जी दे सवाल जवाब होए सी, वो सारी बाणी एक जगह ते इकट्ठी करके ओनू सही तरतीब दे के, जिस तरह तुसी अगर सुनते हो बाणी सुनोगे या पढ़ते हो ते एक एक चीज नू एक एक सीढ़ी बना के वो शब्दां दी तरतीब दिती कि सुनिए दियां 4 पौड़ियां ने, मन्ने दियां 4 पौड़ियां ने। और पूरा सृष्टि दा ज्ञान, पूरा ब्रह्मांड दा ज्ञान पिरो के जपजी साहब दी बाणी च दे दिता। हुण श्री गुरु नानक देव जी इशनान कर रहे सी, इशनान करके बाहर निकले, जपजी साहब दा उच्चारण कर रहे सी। ते उस टाइम उन्होंने रावी नदी के किनारे बैठ के श्री गुरु अंगद देव जी नूं जपजी साहब की बाणी का महात्म समझाया कि जपजी साहब की बाणी का की महात्म है। मैं कोलों नहीं कह रही, यह जन्म साखी च लिखिया होया, जिहड़ा मैं कॉपी किया, लिखिया पंजाबी च होया लेकिन मैं हिंदी विच इहनूं ट्रांसलेट करके दसनी है ताकि सब नूं समझ आ जाए। श्री गुरु नानक देव जी ने गुरु अंगद जी नूं कहा जेड़ा सिख जपजी साहब दा जपजी साहब पढ़ेगा या सुनेगा वो संसार भवसागर तो पार होएगा। सब पासों मन नूं हटा के अमृत वेले जपजी साहब दा जो पाठ करेगा वो साध संगत विच वासा पाएगा। जो 3 घड़ी रात रहे इशनान करके जप पढ़ेगा सो जम दी मार तो बचेगा, जम दी सासना तो बचेगा और मेरी पूरी विच ओदा निवास होएगा। जो प्राणी सदा ही
बाणी नाल जुड़िया रहेगा, कीर्तन करेगा और मेरे ध्यान विच रहेगा अठे पैर 24 घंटे, मैं सदा ही ओदे अधीन रहांगा, ओदे अंग संग रहांगा और ओदे सारे पाप पुण्य जिहड़े ने ओ मैं बख्श दियांगा। श्री गुरु अंगद देव जी ने हाथ जोड़ के अरदास की कि एदी विधि दसो कि इहनू किस तरह करना है। ते श्री गुरु नानक देव जी ने कहा कि इस जप मंत्र की उत्पत्ति निरंकार दी आग्या नाल होई है, ताकि संसार दे जीव इनू पढ़ के एदे ते चल के मुकत होन। जो कोई एदा पाठ करेगा ओदा लोक परलोक सवर जाएगा और हर तरह दे फल मिलणगे। श्री गुरु नानक देव जी ने कहा कि ए संसार दे सारे कम्मां नू पूरा करन लई एक जपजी साहब दी बाणी ही बहुत है। अगर कोई सवा पैर रात रहिंदी इशनान करके पढ़ेगा, वो सिख जींदा ही मुकत हो जाएगा, वो मेरे लोक विच आएगा और मेरे नेड़े रहेगा। और जो इस बाणी का अभ्यास करेगा ओदे सिख संबंधी भी मुक्त हो जाएंगे। और श्री गुरु नानक देव जी भाई लैने जी नू कई बारी पुरखा कहंदे सी, कई बारी बच्चा कहंदे सी, क्योंकि उम्र विचों छोटे सी काफी। ते कहन लगे कि सुन बच्चा अंगद, तेरे को सब संगत का वाली बनाया, तेनू सारी संगत दा सिरमौर बनाया, तू सारिਆਂ ਨੂੰ सच दे मार्ग ते लगाना, उपदेश देना और उन्हां नू बाणी पढ़न दी प्रेरणा देना, ताकि सब दा उद्धार होए। ये जपजी साहब नू वर दिते श्री गुरु नानक देव जी ने बहुत सारे, और इनू किसी ने कविता रूप विच लिखिया है। ए जप करते पुरख का सच नानक किया बखान, भगत उदाहरण कारने धुरो होया फुरमान, अमृत वेला सच नाम पढ़िए कर इशनान, हित चित कर जप जो पढ़े से दरगे पावे मान, जम्मन मरना कटिए जो जप संग लावे ध्यान, ज्यों त्यों करके जप पढ़े सो अवसर जिते निदान, जो मनसा मन में धरे सो पूरन करे भगवान, ऐनिस जप जपता रहे दास नानक कीजे दान। श्री गुरु जी ने कहा कि जो जपजी साहब का पाठ करेगा और उहदे ते चलेगा, ओनू अपनी जिंदगी का हिस्सा बनाएगा, वो मेरी पूरी विच आएगा, मेरे नेड़े रहेगा, जन्म मरण ओहदा कटिया जाएगा ते परमात्मा की दरगाह विच ओहदे इज्जत मान होएगा, ओनू कुछ सवाल नहीं पूछा जाएगा। ये निरंकार ने आप ए जपजी साहब की बाणी जिहड़ी है इस संसार दे तारण नू बनाई। हुण अज असीं दूसरा टॉपिक जिहड़ा लै रहे हां कि असी ये बहुत सुनने बी ए लाइट ऑन टू योर सेल्फ, अपने चानन मुनारे आप बनो, अपने दिए आप बनो, अपो दीपो भवा। लेकिन वो बनना किस तरह है? ऐ ते असीं सुन लिया कि बनना है, असीं अपने दिए आप बनना, लेकिन बनना किस तरह? और ए श्री गुरु नानक देव जी ने अपनी बाणी विच उच्चारण किया, दसिया सानू कि असीं अपना अंदर दा दीवा किस तरह जगा सकने हैं, ताकि सानू आत्म ज्ञान ब्रह्म ज्ञान की प्राप्ति होवे। ते आप ही श्री गुरु नानक देव जी बाणी च सवाल करते ने ते आप ही सानू जवाब देंदे ने, ताकि सानू समझ आए। ते कह रहे ने तेल तो बिना दीवा जलेगा किस तरह, बिन तेल दीवा क्यों जले, तेल तो बिना दीवा किस तरह जलेगा। हुण उत्थे अगे दस रहे ने कि केड़ा तेल है जिहड़ा उस दीवे च पाना है ते वो तेल जलेगा। शरीर रूपी दीवे च केड़ा तेल पाना है जिहदे नाल वो दीवा जलेगा। ते कह रहे ने पोथी पुराण कमाईए, ग्रंथां का अध्ययन करना और उन्हां ते अमल करना। और पढ़िए नहीं क्या, पोथी पुराण कमाईए, पढ़ के ओनू मन विच धारण करके ते ओदे उत्ते चलना, कमाई करनी ओदी। पौ वट्टी इत तन पाईए, और फिर जिस तरह गुरबाणी च आंदा है, सुनिया मनिया मन कीता पाओ, सुनिया फिर मनना है ओनू, फिर मन विच श्रद्धा भाव रख के ओदे ते चल पैना है। ते वो कह रहे ने कि जेड़ी बत्ती हुंदी है दिए विच, जिस तरह मोमबत्ती च धागा हुंदा है, दिए च असीं जेड़ी बत्ती लगाने आ, वो कह रहे ने कि परमात्मा दे प्रेम दी बत्ती जेड़ी है वो इस दिए च लगाए, सच बूझण आन जलाइए ते सच दी समझ रखे, सच कमाए, सच उपर चले, सच नू बूझे, सच नू जाने, ਇਹ ਦੇ तेल दीवा इं जले। ਇਹ ਜਿਹੜਾ दीवा है साडे अंदर दा, इस तरह चलेगा कि शरीर रूपी ਜਿਹੜਾ साडा दीवा है, ਇਹਦੇ ਵਿੱਚ ਅਸੀਂ तेल पाना है सच ਦੀ कमाई करन दा। जो ग्रंथां विच गुरुआं ने सानू सिद्धांत दिते ने उन्हां ते चलना है, ਉਹਦੇ ਚ तेल पाना है, परमात्मा दे श्रद्धा रखनी है, भाव रखना है, ਉਹ ਉਹਦੇ ਵਿੱਚ ਬੱਤੀ लगानी है।
ਤੇ ਸੱਚ ਦੀ ਵਿਚਾਰ, ਸੱਚ ਨੂੰ ਸਮਝਣਾ, ਸੱਚ ਉੱਪਰ ਚੱਲਣਾ ਹੈ, ਤੇ ਉਹ ਉਹਦੀ ਅਗਨੀ ਨਾਲ ਦੀਵਾ ਚਲੇਗਾ। ਕਹਿੰਦੇ ਨੇ ਗਿਆਨ ਅਗਨੀ ਦਗਧ ਕਰਮਾਨੀ, ਕਿ ਗਿਆਨ ਦੀ ਉਹ ਅਗਨੀ ਜਿਹੜੀ ਪ੍ਰਜਵਲਿਤ ਹੋਏਗੀ ਸਾਡੇ ਅੰਦਰ, ਉਹ ਦੀਵਾ ਜਲਾ ਦੇਗੀ ਤੇ ਸਾਰੇ ਪਾਪਾਂ ਨੂੰ ਨਾਸ਼ ਕਰ ਦੇਗੀ। ਇਸ ਤਰ੍ਹਾਂ ਇਹ ਦੀਆ ਜਲੇਗਾ। ਅਸੀਂ ਸੁਣਦੇ ਤੇ ਬਹੁਤ ਹਾਂ ਕਿ ਲਾਈਟ ਬਣੋ ਆਪਣੇ ਆਪ ਤੇ, ਵੀ ਇਹ ਲਾਈਟ ਔਨ ਟੂ ਯੋਰਸੈਲਫ, ਲੇਕਿਨ ਉਹਦੀ ਵਿਧੀ ਦੱਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਵਿੱਚ, ਕਿ ਉਹ ਦੀਵਾ ਜਲੇਗਾ ਕਿਸ ਤਰ੍ਹਾਂ। ਕਰ ਚਾਨਣ ਸਾਹਿਬ ਤੋਂ ਮਿਲੇ, ਫਿਰ ਜਿਸ ਵੇਲੇ ਉਹ ਦੀਵਾ ਜਲ ਜਾਏਗਾ, ਫਿਰ ਤੈਨੂੰ ਪਰਮਾਤਮਾ ਮਿਲ ਜਾਏਗਾ। ਤੂੰ ਆਪਣੇ ਆਪ ਨੂੰ ਪਹਿਚਾਨ ਜਾਏਗਾ ਕਿ ਮੈਂ ਹੀ ਪਰਮਾਤਮਾ, ਮੈਂ ਹੀ ਗੋਬਿੰਦ ਹਾਂ, ਪਰਮਾਤਮਾ ਦੀ ਅੰਸ਼ ਹਾਂ ਮੈਂ। ਤੇ ਫਿਰ ਉਹ ਪ੍ਰਕਾਸ਼ ਵਿੱਚ ਤੂੰ ਖੁਦ ਨੂੰ ਦੇਖ ਲੇਗਾ, ਤੈਨੂੰ ਪਰਮਾਤਮਾ ਵੀ ਮਿਲ ਜਾਏਗਾ। ਇੱਕ ਦੂਸਰੇ ਸ਼ਬਦ ਵਿੱਚ ਵੀ ਇਹੀ ਚੀਜ਼ਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਮਝਾਈਆਂ। ਦੀਵਾ ਬਲੇ ਅੰਧੇਰਾ ਜਾਏ, ਦੀਵਾ ਬਲੇਗਾ ਹਨੇਰਾ ਦੂਰ ਹੋ ਜਾਏਗਾ। ਵੇਦ ਪਾਠ ਮਤ ਪਾਪਾ ਖਾਏ, ਜਿਹੜਾ ਵੇਦਾਂ ਦਾ ਅਧਿਐਨ ਕਰਨਾ, ਉਹਨਾਂ ਤੇ ਚੱਲਣਾ, ਉਹਨਾਂ ਅਨੁਸਾਰ ਜੀਵਨ ਜੀਣਾ, ਉਹ ਸਾਡੀ ਪਾਪਾਂ ਦੀ ਮੱਤ ਨੂੰ ਖਾ ਜਾਏਗਾ, ਨਸ਼ਟ ਕਰ ਦੇਗਾ। ਜਿਸ ਤਰ੍ਹਾਂ ਗਿਆਨ ਦੀ ਅਗਨੀ ਜਿਹੜੀ ਪ੍ਰਜਵਲਿਤ ਹੋਏਗੀ ਪੜਨ ਨਾਲ ਔਰ ਉਹਦੇ ਤੇ ਚੱਲਣ ਨਾਲ, ਉਹ ਸਾਡੇ ਜਿਹੜੇ ਪਾਪ ਨੇ, ਜਿਹੜੀ ਸਾਡੀ ਬੁਰੀ ਮੱਤ ਏ, ਉਹਨੂੰ ਨਸ਼ਟ ਕਰ ਦੇਗੀ। ਉਗਵੇ ਸੂਰ ਨਾ ਜਾਪੇ ਚੰਦ, ਜਿਸ ਵੇਲੇ ਸੂਰਜ ਚੜਦਾ ਹੈ ਉਸ ਵੇਲੇ ਚੰਦਰਮਾ ਨਹੀਂ ਦਿਖਾਈ ਦਿੰਦਾ। ਤੇ ਜਿਸ ਵੇਲੇ ਸਾਡੇ ਅੰਦਰ ਧਿਆਨ ਰੂਪੀ ਸੂਰਜ ਉਦੇ ਹੋਏਗਾ, ਫਿਰ ਇਹ ਛੋਟੀਆਂ ਛੋਟੀਆਂ ਚੀਜ਼ਾਂ ਆਪੇ ਹੀ ਹਟ ਜਾਣਗੀਆਂ। ਧਿਆਨ ਰੂਪੀ ਸੂਰਜ ਜਿਸ ਵੇਲੇ ਸਾਡੇ ਅੰਦਰ ਆ ਗਿਆ, ਜਗ ਉਦੇ ਹੋ ਗਿਆ, ਤੇ ਫਿਰ ਕੀ ਹੋਏਗਾ, ਜਹੇ ਗਿਆਨ ਪ੍ਰਗਾਸ ਅਗਿਆਨ ਮਿਟਨ, ਤੇ ਜਿੱਥੇ ਗਿਆਨ ਦਾ ਪ੍ਰਕਾਸ਼ ਹੋ ਗਿਆ, ਧਿਆਨ ਕੀਤਾ, ਗ੍ਰੰਥਾਂ ਦਾ ਅਧਿਐਨ ਕੀਤਾ, ਉਹਨਾਂ ਤੇ ਚੱਲੇ, ਤੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ, ਤੇ ਅਗਿਆਨ ਆਪਣੇ ਆਪ ਦੂਰ ਹੋ ਜਾਏਗਾ। ਵੇਦ ਪਾਠ ਸੰਸਾਰ ਕੀ ਕਾਰ, ਕਹਿ ਰਹੇ ਸੰਸਾਰ ਦੇ ਲੋਕ ਜਿਹੜੇ ਨੇ ਉਹ ਵੇਦਾਂ ਨੂੰ ਪੜ੍ਹਦੇ ਨੇ, ਲੇਕਿਨ ਉਹਨਾਂ ਨੇ ਇਹਨੂੰ ਵਪਾਰ ਬਣਾ ਲਿਆ ਕਿ ਆਪ ਅਮਲ ਨਹੀਂ ਕਰਦੇ, ਪੜ੍ਹ ਕੇ ਦੂਸਰਿਆਂ ਨੂੰ ਸੁਣਾਉਂਦੇ ਨੇ। ਪੜ੍ਹ ਪੰਡਿਤ ਕਰੇ ਵਿਚਾਰ, ਪੜ੍ਹ ਕੇ ਦੂਸਰਿਆਂ ਨੂੰ ਸੁਣਾਉਂਦੇ ਨੇ, ਆਪ ਚਿੰਤਨ ਨਹੀਂ ਕਰਦੇ। ਔਰ ਜੇ ਆਪ ਚਿੰਤਨ ਨਹੀਂ ਕਰਨਗੇ, ਸਿਰਫ ਪੜ੍ਹ ਕੇ ਉਹਦੀ ਕਥਾ ਕਰਕੇ ਵਿਆਖਿਆ ਕਰਕੇ ਸੁਣਾਉਂਦੇ ਰਹਿਣਗੇ, ਬਿਨ ਬੂਝੇ ਸਭ ਹੋਏ ਖਵਾਰ, ਜੇ ਉਹਦੇ ਤੇ ਚੱਲੇ ਨਹੀਂ, ਉਹਨੂੰ ਅਪਣਾਇਆ ਨਹੀਂ, ਤੇ ਜਿਤਨਾ ਪੜ੍ਹਿਆ ਲਿਖਿਆ ਸਭ ਜਿਹੜਾ ਉਹ ਬੇਕਾਰ ਚਲਾ ਜਾਏਗਾ। ਤੇ ਜਿਹੜਾ ਉਹਦੇ ਤੇ ਚੱਲੇਗਾ, ਜਿਹੜਾ ਉਹਨੂੰ ਕਮਾਏਗਾ, ਫਿਰ ਉਹ ਪਾਰ ਉਤਰ ਜਾਏਗਾ। ਉਹ ਗੁਰੂ ਵੱਲ ਆਪਣਾ ਮੁਖ ਕਰ ਲੇਗਾ ਕਿ ਜੋ ਗੁਰੂ ਨੇ ਸਿਧਾਂਤ ਦਿੱਤੇ ਮੈਂ ਉਹਨਾਂ ਤੇ ਚੱਲਣਾ ਹੈ, ਤੇ ਉਹ ਭਵ ਸਾਗਰ ਤੋਂ, ਇਸ ਸੰਸਾਰ ਰੂਪੀ ਸਾਗਰ ਤੋਂ ਪਾਰ ਹੋ ਜਾਏਗਾ। ਔਰ ਇਹੀ ਗੱਲ ਸਾਨੂੰ ਪਤਰੀ ਜੀ ਨੇ ਸਮਝਾਈ ਕਿ ਇਹ ਤਿੰਨ ਚੀਜ਼ਾਂ ਤੁਸੀਂ ਅਗਰ ਆਪਣੀ ਜ਼ਿੰਦਗੀ 'ਚ ਉਤਾਰ ਲੋਗੇ, ਸਵਾਧਿਆਏ, ਸੱਜਣ ਸੰਗਤ ਤੇ ਧਿਆਨ, ਤੇ ਇਹ ਦੀਵਾ ਜਲ ਜਾਏਗਾ। ਔਰ ਉਹੀ ਚੀਜ਼ ਗੁਰਬਾਣੀ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਦੱਸੀ ਕਿ ਇਹ ਦੀਵਾ ਕਿਸ ਤਰ੍ਹਾਂ ਜਲੇਗਾ। ਸਵਾਧਿਆਏ ਦੀ, ਸਵਾਧਿਆਏ ਮਤਲਬ ਗ੍ਰੰਥਾਂ ਦਾ ਅਧਿਐਨ ਕਰਨਾ ਔਰ ਉਹਨਾਂ ਤੇ ਚੱਲਣਾ, ਧਿਆਨ ਕਰਨਾ ਸਵਾਸਾਂ ਨਾਲ ਇੱਕੋ ਕੇ, ਔਰ ਸੱਜਣ ਸੰਗਤ ਤੇ ਕਰਨਾ, ਸਾਧ ਸੰਗਤ ਜਿਹਨੂੰ ਗੁਰਬਾਣੀ 'ਚ ਕਿਹਾ ਜਾਂਦਾ ਹੈ। ਇਹ ਤਿੰਨੋਂ ਉਸ ਦੀਵੇ ਨੂੰ ਜਲਾਉਣ ਦੀ ਵਿਧੀ ਹੈ। ਔਰ ਸਤਸੰਗ ਵਿੱਚ ਜਾਣਾ ਕਿਉਂ ਹੈ, ਕੀ ਲਾਭ ਹੋਏਗਾ ਸਤਸੰਗ 'ਚ ਜਾਣ ਦਾ? ਸਤਸੰਗ ਵਿੱਚ ਜਾਣ ਦਾ ਲਾਭ ਹੈ ਕਿ ਜਿਸ ਤਰ੍ਹਾਂ ਅਸੀਂ ਜਲਦੇ ਹੋਏ ਦੀਵੇ ਦੇ ਕੋਲ ਚਲੇ ਗਏ, ਤੇ ਫਿਰ ਕੁਝ ਕਰਨ ਦੀ ਲੋੜ ਨਹੀਂ ਜ਼ਿਆਦਾ। ਜਲਦੇ ਹੋਏ ਦੀਵੇ ਦੇ ਨਾਲ ਜਿਸ ਵੇਲੇ ਸਾਡਾ ਦੀਵਾ ਲੱਗੇਗਾ ਬੁਝਿਆ ਹੋਇਆ, ਉਹ ਵੀ ਜਗ ਜਾਏਗਾ। ਜਲਦੇ ਹੋਏ ਦੀਵੇ ਦਾ ਕੁਝ ਘਟਣਾ ਨਹੀਂ, ਲੇਕਿਨ ਬੁਝਿਆ ਹੋਇਆ ਦੀਆ ਜਲ ਜਾਏਗਾ। ਔਰ ਇਹ ਗੁਰੂ ਰੂਪੀ ਦੀਆ ਐਸਾ ਹੈ, ਗਿਆਨ ਦਾ ਦੀਆ ਐਸਾ ਹੈ, ਜਿਹੜਾ ਲੱਖੋਂ ਦੀਏ ਹੋਰ ਜਲਾ ਸਕਦਾ ਹੈ, ਉਹਦਾ ਕੁਝ ਨਹੀਂ ਘਟਦਾ। ਇੱਕ ਦੀਏ ਤੋਂ ਦੂਸਰਾ ਦੀਆ ਜਲਾਈਏ ਤੇ ਉਹਦਾ ਕੁਝ ਨਹੀਂ ਘਟਦਾ। ਔਰ ਅਗਰ ਸਾਡਾ ਦੀਆ ਨਹੀਂ ਜਲਿਆ ਤੇ ਅਸੀਂ ਅੰਧਕਾਰ ਵਿੱਚ ਆ, ਅਗਿਆਨ ਵਿੱਚ ਆ, ਔਰ ਅਸੀਂ ਪੜ੍ਹ ਲਏ ਆ ਲੇਕਿਨ ਉਹਦੇ ਤੇ ਚੱਲ ਨਹੀਂ ਰਹੇ, ਤੇ ਉਹਦਾ ਗੁਰੂ ਨਾਨਕ ਦੇਵ ਜੀ ਕਹਿ ਰਹੇ ਕੋਈ ਫਾਇਦਾ ਨਹੀਂ ਹੋਏਗਾ। ਅੱਗੇ ਪੰਡਿਤ ਜ਼ਰੂਰ ਬਣ ਜਾਵਾਂਗੇ ਦੂਸਰਿਆਂ ਨੂੰ ਸਮਝਾ ਕੇ, ਗਿਆਨੀ ਬਣ ਜਾਵਾਂਗੇ ਸੰਸਾਰਿਕ ਤੌਰ ਤੇ, ਲੇਕਿਨ ਪਰਮਾਤਮਾ ਦੇ ਘਰ ਉਹਦਾ ਕੋਈ ਲਾਭ ਸਾਨੂੰ ਨਹੀਂ ਹੋਏਗਾ। ਉਹਨੇ ਇੱਕ ਬੰਦਾ ਅੰਨਾ ਜਿਹੜਾ ਸੀ, ਉਹ ਕਿਸੇ ਸਰਾਂ ਵਿੱਚ ਰੁਕਿਆ, ਔਰ ਰਾਤੀ ਜਿਸ ਵੇਲੇ ਉਹ ਚੱਲਣ ਲੱਗਾ ਅੱਗੇ ਦੀ ਯਾਤਰਾ ਤੇ ਸਰਾਂ ਦੇ ਮਾਲਿਕ ਨੇ ਕਿਹਾ ਉਹਨੂੰ ਕਿ ਤੂੰ ਇਸ ਵੇਲੇ ਰਾਤੀ ਕਿਉਂ ਜਾ ਰਿਹਾ, ਹੁਣ ਤੇ ਹਨੇਰਾ ਹੈ। ਤੇ ਅੰਨੇ ਨੇ ਕਿਹਾ ਮੇਰੇ ਵਾਸਤੇ ਹਨੇਰਾ ਕੀ ਔਰ ਪ੍ਰਕਾਸ਼ ਕੀ, ਮੈਨੂੰ ਤੇ ਕੁਝ ਦਿਖਾਈ ਨਹੀਂ ਦਿੰਦਾ। ਤੇ ਉਹ ਜਿਹੜਾ ਮਾਲਕ ਸੀ ਉਹਨੇ ਕਿਹਾ ਤੂੰ ਲਾਲਟਨ ਲੈ ਜਾ। ਤੇ ਉਹ ਹੱਸਣ ਲੱਗ ਗਿਆ, ਅੰਨਾ ਕਹਿਣ ਲੱਗਾ ਤੁਹਾਨੂੰ ਪਤਾ ਨਹੀਂ ਚੱਲਿਆ, ਮੈਂ ਅੰਨਾ, ਮੈਨੂੰ ਲਾਲਟਨ ਦਾ ਕੀ ਫਾਇਦਾ। ਉਹਨਾਂ ਨੇ ਕਿਹਾ ਤੈਨੂੰ ਫਾਇਦਾ ਹੋਏ ਜਾਂ ਨਾ ਹੋਏ, ਜਿਹੜਾ ਸਾਹਮਣੇ ਵਾਲਾ ਆ ਰਿਹਾ ਉਹ ਦੇਖੇਗਾ ਤੇਰੇ ਹੱਥ ਵਿੱਚ ਲਾਲਟਨ ਹੈ ਤੇ ਬਚ ਕੇ ਚੱਲੇਗਾ।
ਤੇ ਅੰਨੇ ਨੂੰ ਇਹ ਗੱਲ ਸਮਝ ਆ ਗਈ ਤੇ ਉਹਨੇ ਕਿਹਾ ਠੀਕ ਹੈ, ਉਹਨੇ ਲਾਲਟਨ ਪਕੜੀ ਔਰ ਉਹ ਚਲਾ ਗਿਆ। ਹੁਣ ਅੱਗੋਂ ਆ ਕੇ ਥੋੜੇ ਦੇਰ ਬਾਅਦ ਇੱਕ ਬੰਦਾ ਉਹਦੇ ਨਾਲ ਟਕਰਾ ਗਿਆ ਤੇ ਉਸ ਅੰਧੇ ਨੇ ਪੁੱਛਿਆ ਕਿ ਤੂੰ ਵੀ ਅੰਨਾ? ਉਹ ਕਹਿਣ ਲੱਗਾ ਨਹੀਂ ਮੈਂ ਅੰਧਾ ਨਹੀਂ ਆ, ਲੇਕਿਨ ਤੇਰੀ ਲਾਲਟਨ ਬੁਝ ਗਈ ਹੈ ਤੇ ਇਸ ਵਾਸਤੇ ਮੈਨੂੰ ਪਤਾ ਨਹੀਂ ਚੱਲਿਆ। ਹੁਣ ਅੰਧੇ ਨੂੰ ਤੇ ਨਹੀਂ ਪਤਾ ਉਹਦੀ ਲਾਲਟਨ ਬੁਝ ਗਈ ਹੈ। ਹੁਣ ਅਗਰ ਅਸੀਂ ਜ਼ਿੰਦਗੀ 'ਚ ਹਰ ਕਿਸੇ ਨਾਲ ਟਕਰਾ ਰਹੇ ਹਾਂ, ਹਰ ਕਿਸੇ ਨਾਲ ਸਾਡਾ ਟਕਰਾਵ ਹੋ ਰਿਹਾ, ਹਰ ਰਿਸ਼ਤੇ ਵਿੱਚ ਸਾਡਾ ਟਕਰਾਵ ਹੋ ਰਿਹਾ, ਤੇ ਸਾਨੂੰ ਇਹ ਸਮਝ ਆਉਣਾ ਚਾਹੀਦਾ ਕਿ ਸਾਡੀ ਲਾਲਟਨ ਬੁਝੀ ਹੋਈ ਹੈ, ਸਾਨੂੰ ਕੁਝ ਦਿਖਾਈ ਨਹੀਂ ਦੇ ਰਿਹਾ, ਸਾਡੇ ਅੰਦਰ ਅਗਿਆਨ ਹੈ, ਹਨੇਰਾ ਹੈ, ਗਿਆਨ ਦਾ ਪ੍ਰਕਾਸ਼ ਨਹੀਂ ਹੈ। ਕਿਉਂਕਿ ਜਿਸ ਵੇਲੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਉਸ ਵੇਲੇ ਸਭ ਕੁਝ ਸਾਫ਼-ਸਾਫ਼ ਦਿਖਾਈ ਦੇਣ ਲੱਗ ਜਾਂਦਾ ਹੈ। ਉਸ ਵੇਲੇ ਸਾਨੂੰ ਸਮਝ ਆ ਜਾਂਦੀ ਹੈ ਕਿ ਜੋ ਵੀ ਸਾਨੂੰ ਸਾਹਮਣੇ ਤੋਂ ਚੈਲੰਜ ਕਰ ਰਿਹਾ ਹੈ ਉਹ ਵੀ ਸਾਨੂੰ ਕੁਝ ਸਿਖਾ ਰਿਹਾ ਹੈ। ਔਰ ਹਰ ਇੱਕ ਆਤਮਾ ਆਪਣੀ ਆਪਣੀ ਯਾਤਰਾ ਤੇ ਆਪਣੀ ਆਪਣੀ ਅਵਸਥਾ ਅਨੁਸਾਰ ਅੱਗੇ ਹੀ ਵਧ ਰਹੀ ਹੈ, ਤੇ ਫਿਰ ਕਿਸੇ ਨਾਲ ਕੋਈ ਝਗੜਾ ਨਹੀਂ ਰਹਿ ਜਾਂਦਾ। ਅਸੀਂ ਉਹਦੀ ਪੋਜੀਸ਼ਨ ਨੂੰ ਸਮਝਦੇ ਹਾਂ ਕਿ ਉਹਨੂੰ ਅਜੇ ਇੰਨੀ ਸਮਝ ਹੈ ਤੇ ਅਸੀਂ ਫਿਰ ਮੁਕਾਬਲੇ ਕਰਨੇ ਛੱਡ ਦਿੰਦੇ ਹਾਂ। ਔਰ ਸਭ ਤੋਂ ਜ਼ਰੂਰੀ ਗੱਲ ਆਪਣਾ ਆਤਮ ਚਿੰਤਨ ਕਰਨਾ ਹਰ ਦਿਨ ਕਿ ਗੁਰੂ ਕੀ ਕਹਿ ਰਿਹਾ, ਮੈਂ ਕੀ ਕਰ ਰਿਹਾ। ਅਗਰ ਜੋ ਗੁਰੂ ਕਹਿ ਰਿਹਾ ਉਹ ਅਸੀਂ ਨਹੀਂ ਕਰ ਰਹੇ, ਅਸੀਂ ਆਪਣੀ ਮਨਮਰਜ਼ੀ ਕਰ ਰਹੇ ਹਾਂ, ਤੇ ਕਦੀ ਵੀ ਦੀਵਾ ਨਹੀਂ ਚਲੇਗਾ। ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈ ਕਿ ਧਿਆਨ ਕਰ ਰਹੇ ਹਾਂ, ਸਵਾਧਿਆय ਕਰ ਰਹੇ ਹਾਂ, ਸੱਜਣ ਸੰਗਤ ਤੇ ਵੀ ਕਰ ਰਹੇ ਹਾਂ, ਲੇਕਿਨ ਗੁਰੂ ਨੇ ਜੋ ਦੱਸਿਆ, ਗੁਰੂ ਨੇ ਜੋ ਕਿਹਾ ਕਰਨ ਲਈ, ਉਹ ਅਸੀਂ ਨਹੀਂ ਕਰ ਰਹੇ ਤੇ ਫਿਰ ਤਾਂ ਵੀ ਸਾਡਾ ਦੀਵਾ ਨਹੀਂ ਜਲੇਗਾ। ਇਹ ਗੁਰਬਾਣੀ ਦੀ ਪੰਕਤੀ ਹੈ, ਗੁਰ ਕਿਹਾ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਜੋ ਗੁਰੂ ਨੇ ਤੁਹਾਨੂੰ ਕਰਨ ਲਈ ਕਿਹਾ ਕਿ ਇਹ ਕੰਮ ਕਰ, ਉਹ ਕੰਮ ਕਰਨਾ ਹੈ। ਗੁਰੂ ਕੀ ਕਰ ਰਿਹਾ ਹੈ, ਗੁਰੂ ਨੂੰ ਦੇਖ ਕੇ ਉਹ ਗੁਰੂ ਦੇ ਪਿੱਛੇ ਉਸ ਤਰੀਕੇ ਨਾਲ ਨਹੀਂ ਚੱਲਣਾ, ਕਿਉਂਕਿ ਗੁਰੂ ਤੇ ਕਈ ਲੀਲਾ ਕਰਦੇ ਨੇ, ਕਈ ਕੌਤਕ ਕਰਦੇ ਨੇ, ਉਹਨਾਂ ਨੇ ਤੇ ਪਰਉਪਕਾਰ ਕਰਨ ਲਈ ਕਈ ਕੁਝ ਕਰਨਾ, ਲੇਕਿਨ ਸਾਨੂੰ ਕੀ ਕਿਹਾ ਕਰਨ ਲਈ, ਸਾਨੂੰ ਉਹਦੇ ਤੇ ਧਿਆਨ ਦੇਣਾ ਹੈ। ਉਹ ਕੀ ਕਰ ਰਹੇ ਉਧਰ ਸਾਨੂੰ ਧਿਆਨ ਨਹੀਂ ਦੇਣਾ। ਇਸ ਗੱਲ ਨੂੰ ਹੋਰ ਥੋੜਾ ਖੋਲਣ ਲਈ ਮੈਂ ਇੱਕ ਸਾਖੀ ਤੁਹਾਡੇ ਨਾਲ ਸ਼ੇਅਰ ਕਰਨੀ ਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਮਰਦਾਨਾ ਵਾਲਾ ਜਾ ਰਹੇ ਸਮੁੰਦਰ 'ਚ, ਤੇ ਮਰਦਾਨੇ ਨੇ ਪੁੱਛਿਆ ਗੁਰੂ ਜੀ ਸਮੁੰਦਰ ਤੇ ਪਾਣੀ ਪਾਣੀ ਅਸੀਂ ਜਾਵਾਂਗੇ ਕਿਸ ਤਰ੍ਹਾਂ? ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਮਰਦਾਨਾ ਤੂੰ ਸਤ ਕਰਤਾਰ ਜਪਦਾ ਹੋਇਆ ਚੱਲ, ਤੂੰ ਇਸ ਤਰ੍ਹਾਂ ਹੀ ਟੁਰੇਗਾ ਜਿਸ ਤਰ੍ਹਾਂ ਤੂੰ ਧਰਤੀ ਤੇ ਚੱਲ ਰਿਹਾ। ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਅੱਗੇ ਅੱਗੇ ਚੱਲੇ, ਮਰਦਾਨਾ ਵਾਲਾ ਪਿੱਛੇ ਚੱਲੇ, ਔਰ ਸਤ ਕਰਤਾਰ ਮਰਦਾਨਾ ਕਹਿ ਰਿਹਾ। ਤੇ ਮਰਦਾਨੇ ਨੇ ਦੇਖਿਆ ਕਿ ਗੁਰੂ ਨਾਨਕ ਦੇਵ ਜੀ ਤੇ ਓਮ ਸੋਹੰਗ ਕਹਿ ਰਹੇ ਨੇ, ਤੇ ਮਰਦਾਨੇ ਨੇ ਸੋਚਿਆ ਮੈਂ ਵੀ ਓਮ ਸੋਹੰਗ ਹੀ ਕਹਿ ਲੈਣਾ ਵਾ, ਤੇ ਮਰਦਾਨੇ ਨੇ ਵੀ ਓਮ ਸੋਹੰਗ ਕਹਿਣਾ ਸ਼ੁਰੂ ਕਰਤਾ, ਤੇ ਮਰਦਾਨਾ ਡੁੱਬਣ ਲੱਗ ਗਿਆ। ਤੇ ਫਿਰ ਗੁਰੂ ਜੀ ਨੂੰ ਕਹਿਣ ਲੱਗਾ ਮੈਨੂੰ ਬਚਾਓ ਮੈਂ ਡੁੱਬ ਰਿਹਾ। ਤੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਮਰਦਾਨਾ ਤੈਨੂੰ ਕਿਹਾ ਸੀ ਸਤ ਕਰਤਾਰ ਜਪਦਾ ਸਾਡੇ ਪਿੱਛੇ ਪਿੱਛੇ ਚਲਾ, ਤੇ ਤੂੰ ਕਿਉਂ ਡੁੱਬਣ ਲੱਗ ਗਿਆ? ਕਹਿਣ ਲੱਗਿਆ ਗੁਰੂ ਜੀ ਮੇਰੇ ਮਨ ਵਿੱਚ ਆਇਆ ਕਿ ਤੁਸੀਂ ਆਪ ਤੇ ਓਮ ਸੋਹੰਗ ਕਰ ਰਹੇ ਹੋ, ਤੇ ਮੈਂ ਵੀ ਕਿਉਂ ਨਾ ਓਮ ਸੋਹੰਗ ਕਰਾਂ। ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਨੂੰ ਕਿਹਾ ਮਰਦਾਨਾ ਤੈਨੂੰ ਜੋ ਕਰਨ ਲਈ ਕਿਹਾ ਤੂੰ ਉਹ ਕਰ, ਅਸੀਂ ਕੀ ਕਰ ਰਹੇ ਹਾਂ ਉਹ ਨਹੀਂ ਕਰ, ਤੈਨੂੰ ਜੋ ਕਰਨ ਲਈ ਕਿਹਾ ਤੂੰ ਉਹ ਕਰ। ਤੇ ਫਿਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਿਸਲੇ ਮਰਦਾਨੇ ਨੂੰ ਇਹ ਗੱਲ ਕਹੀ ਤੇ ਫਿਰ ਮਰਦਾਨਾ ਸਤ ਕਰਤਾਰ ਜਪਣ ਲੱਗ ਗਿਆ, ਤੇ ਫਿਰ ਮਰਦਾਨਾ ਪਾਣੀ ਤੇ ਚੱਲਣ ਲੱਗ ਗਿਆ। ਤੇ ਜੇ ਅਸੀਂ ਇਹ ਦੇਖੀਏ ਕਿ ਗੁਰੂ ਤੇ ਇਹ ਕਰ ਰਿਹਾ ਅਸੀਂ ਵੀ ਉਹ ਕਰੀਏ, ਤੇ ਫਿਰ ਅਸੀਂ ਫਸ ਜਾਵਾਂਗੇ, ਫਿਰ ਅਸੀਂ ਚੱਕਰ 'ਚ ਪੈ ਜਾਵਾਂਗੇ, ਕਿਉਂਕਿ ਜੋ ਸਾਨੂੰ ਕਰਨ ਲਈ ਕਿਹਾ ਸਿਰਫ ਸਾਡਾ ਕੰਮ ਓਨਾ ਹੀ ਹੈ ਕਰਨਾ। ਐਸੇ ਤਰ੍ਹਾਂ ਸ਼ੰਕਰਾਚਾਰਿਆ ਜੀ ਜਾ ਰਹੇ ਸੀ ਆਪਣੇ ਚੇਲਿਆਂ ਨਾਲ, ਤੇ ਰਸਤੇ ਵਿੱਚ ਇੱਕ ਜਗ੍ਹਾ ਤੇ ਸ਼ਰਾਬ ਦੀ ਭੱਠੀ ਲੱਗੀ ਹੋਈ ਸੀ, ਤੇ ਸ਼ੰਕਰਾਚਾਰਿਆ ਜੀ ਨੇ ਉਹਨੂੰ ਕਿਹਾ ਕਿ ਤੂੰ ਇੱਕ ਗਿਲਾਸ ਭਰ ਕੇ ਮੈਨੂੰ ਦੇ ਦੇ। ਤੇ ਉਹਨਾਂ ਨੇ ਗਿਲਾਸ ਭਰ ਕੇ ਸ਼ਰਾਬ ਲਈ ਤੇ ਪੀ ਲਈ। ਹੁਣ ਜਿਹੜੇ ਚੇਲੇ ਸੀ ਉਹਨਾਂ ਨੇ ਦੇਖਿਆ ਕਿ ਸਾਡੇ ਗੁਰੂ ਨੇ ਪੀ ਲਈ ਹੈ ਤੇ ਸਾਨੂੰ ਮਨਾ ਥੋੜੀ ਹੈ ਫਿਰ, ਤੇ ਉਹਨਾਂ ਨੇ ਵੀ ਪੀ ਲਈ। ਥੋੜੀ ਦੂਰ ਅੱਗੇ ਗਏ ਔਰ ਇੱਕ ਭੱਟੀ ਲੱਗੀ ਸੀ, ਭੱਠੀ ਜਿੱਥੇ ਲੋਹਾ ਗਲਾਇਆ ਜਾ ਰਿਹਾ ਸੀ। ਲੋਹਾ ਬਿਲਕੁਲ ਗਲਾ ਗਲਾ ਕੇ ਉਹਦਾ ਪਾਣੀ ਦੀ ਤਰ੍ਹਾਂ ਉਹਨੂੰ ਤਰਲ ਕਰ ਲਿਆ ਗਿਆ। ਤੇ ਸ਼ੰਕਰਾਚਾਰਿਆ ਜੀ ਨੇ ਕਿਹਾ ਉਸ ਬੰਦੇ ਨੂੰ, ਭੱਠੀ ਵਾਲੇ ਨੂੰ, ਕਿ ਇੱਕ ਗਿਲਾਸ ਭਰ ਕੇ ਦੇ ਦੇ। ਤੇ ਉਹਨੇ ਇੱਕ ਗਿਲਾਸ ਭਰ ਕੇ ਦਿੱਤਾ, ਤੇ ਉਹ ਗਰਮ ਗਰਮ ਜਿਹੜਾ ਲੋਹਾ ਪਿਘਲਿਆ ਹੋਇਆ ਸੀ ਉਹ ਸ਼ੰਕਰਾਚਾਰਿਆ ਜੀ ਨੇ ਪੀ ਲਿਆ। ਤੇ ਸਾਰੇ ਚੇਲੇ ਦੇਖ ਕੇ ਬੜੇ ਹੈਰਾਨ ਹੋ ਗਏ। ਹੁਣ ਸ਼ਰਾਬ ਤੇ ਸਾਰਿਆਂ ਨੇ ਪੀ ਲਈ, ਲੇਕਿਨ ਹੁਣ ਇਹ ਗਰਮ ਲੋਹਾ ਕੌਣ ਪੀਏ? ਤੇ ਫਿਰ ਸ਼ੰਕਰਾਚਾਰਿਆ ਜੀ ਨੇ ਕਿਹਾ ਕਿ ਇਹ ਵੀ ਪੀਓ। ਉਹ ਕਹਿਣ ਲੱਗੇ ਨਹੀਂ ਇਹ ਨਹੀਂ ਪੀ ਸਕਦੇ। ਤੇ ਉਹਨਾਂ ਨੇ ਕਿਹਾ ਫਿਰ ਤੁਸੀਂ ਪਿੱਛੇ ਮੈਂ ਪੀਤਾ, ਤੁਸੀਂ ਪਿੱਛੇ ਕਿਉਂ ਪੀਤਾ? ਕਿਉਂਕਿ ਅਸੀਂ ਜਿਹੜੀ ਗੱਲ ਕਰਨੀ ਸਾਨੂੰ ਸਹੀ ਲੱਗਦੀ ਹੈ, ਆਸਾਨ ਲੱਗਦੀ ਹੈ, ਅਸੀਂ ਉਹ ਕਰ ਲੈਂਦੇ ਹਾਂ। ਤਾਂ ਹੀ ਕਿਹਾ ਬਾਣੀ ਵਿੱਚ ਵੀ ਕਿ ਗੁਰੂ ਕੀ ਕਰ ਰਿਹਾ ਉਹਦੇ ਪਿੱਛੇ ਨਹੀਂ ਚੱਲੋ, ਤੁਹਾਨੂੰ ਕਰਨ ਲਈ ਕੀ ਕਿਹਾ ਤੁਸੀਂ ਉਹ ਕਰੋ। ਔਰ ਐਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਤੇ ਜਿਹੜਾ ਸਿੱਖਾਂ ਨੂੰ ਇਹ ਕਿਹਾ ਕਿ ਮੜੀਆਂ ਮਸਾਣਾਂ ਦੀ ਪੂਜਾ ਨਹੀਂ ਕਰਨੀ, ਕਬਰਾਂ ਦੀ ਪੂਜਾ ਨਹੀਂ ਕਰਨੀ,
ਤੇ ਗੁਰੂ ਗੋਬਿੰਦ ਸਿੰਘ ਜੀ ਨੇ ਪਰਖ ਲੈਣ ਲਈ ਜਿਸ ਵੇਲੇ ਰਾਜਸਥਾਨ ਦਾਦੂ ਦੁਆਰੇ ਦੀ ਗਏ ਉੱਥੇ ਜਗ੍ਹਾ ਤੇ ਉਹਨਾਂ ਨੇ ਆਪਣੇ ਤੀਰ ਨਾਲ ਇਸ ਤਰ੍ਹਾਂ ਝੁਕਾਇਆ ਥੋੜਾ ਜਿਹਾ ਤੀਰ ਕਿ ਜਿਸ ਤਰ੍ਹਾਂ ਉਹ ਨਮਸਕਾਰ ਕਰ ਰਹੇ ਨੇ, ਤੇ ਸਿੱਖ ਸਾਰੇ ਨਾਲ ਸੀ। ਤੇ ਫਿਰ ਸਿੱਖਾਂ ਨੇ ਗੁਰੂ ਜੀ ਨੂੰ ਕਿਹਾ ਕਿ ਤੁਸੀਂ ਸਾਨੂੰ ਤੇ ਕਹਿ ਰਹੇ ਹੋ ਕਿ ਮੜੀਆਂ ਮਸਾਨਾਂ ਦੀ ਕਬਰਾਂ ਦੀ ਪੂਜਾ ਨਹੀਂ ਕਰਨੀ, ਤੇ ਤੁਸੀਂ ਆਪਣਾ ਤੀਰ ਝੁਕਾ ਕੇ ਨਮਸਕਾਰ ਕਿਉਂ ਕੀਤੀ? ਤੇ ਤੁਸੀਂ ਜੋ ਸਾਨੂੰ ਕਿਹਾ ਤੁਸੀਂ ਉਹ ਨਹੀਂ ਕੀਤਾ, ਤੇ ਤੁਹਾਨੂੰ ਵੀ ਤਨਖਾਹ ਲੱਗੇਗੀ, ਜਿਹਨੂੰ ਦੰਡ ਨਹੀਂ ਕਿਹਾ ਜਾਂਦਾ, ਤਨਖਾਹ ਕਿਹਾ ਜਾਂਦਾ। ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਇਹ ਪਰੀਖਿਆ ਲਈ ਤੁਹਾਡੀ, ਕਿ ਤੁਹਾਨੂੰ ਜੋ ਕਿਹਾ ਤੁਸੀਂ ਉਹ ਕਰ ਰਹੇ ਹੋ ਜਾਂ ਤੁਸੀਂ ਗੁਰੂ ਦੇ ਜੋ ਕਰ ਰਹੇ ਹੋ ਉਹਦੇ ਪਿੱਛੇ ਚੱਲ ਰਹੇ ਹੋ। ਕਿਉਂਕਿ ਗੁਰੂ ਦੇ ਕਰਨ ਵਿੱਚ ਬਹੁਤ ਰਾਜ ਹੈ, ਬਹੁਤ ਗਹਿਰਾਈ ਹੈ, ਉਹ ਕਿਸ ਵਾਸਤੇ ਕਰ ਰਹੇ ਨੇ ਉਹੀ ਜਾਣਦੇ ਨੇ। ਲੇਕਿਨ ਸਾਨੂੰ ਕਰਨ ਨੂੰ ਕੀ ਕਿਹਾ? ਅਸੀਂ ਸਿਰਫ ਉਹਦੇ ਤੇ ਫੋਕਸ ਕਰਨਾ ਹੈ, ਅਸੀਂ ਉਹ ਕਰਨਾ ਹੈ। ਅੱਜ ਬਹੁਤ ਸਾਰੇ ਲੋਕ ਇਸ ਤਰ੍ਹਾਂ ਕਹਿੰਦੇ ਨੇ ਪਤਰੀ ਸਰ ਨੇ ਇਹ ਕੀਤਾ, ਪਤਰੀ ਸਰ ਨੇ ਇਹ ਕਿਹਾ, ਪਤਰੀ ਸਰ ਨੇ ਇਸ ਤਰ੍ਹਾਂ ਕੀਤਾ। ਕੀ ਅਸੀਂ ਪਤਰੀ ਸਰ ਹਾਂ? ਉਹਨਾਂ ਨੇ ਸਾਨੂੰ 18 ਪ੍ਰਿੰਸੀਪਲ ਦਿੱਤੇ ਕਿ ਆਨਾਪਾਨਾ ਸਤੀ ਧਿਆਨ ਮਤਲਬ ਜਿਹਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਚ ਸਹਿਜ ਧਿਆਨ ਕਿਹਾ, ਜਿਹਨੂੰ ਗੌਤਮ ਬੁੱਧ ਨੇ ਆਨਾਪਾਨਾ ਸਤੀ ਧਿਆਨ ਕਿਹਾ, ਜਿਹਨੂੰ ਅੱਜ ਦੀ ਮਾਡਰਨ ਸਾਇੰਸ ਕਹਿ ਰਹੀ ਹੈ ਬ੍ਰੈਥ ਮੈਡੀਟੇਸ਼ਨ। ਸਾਨੂੰ ਕਿਹਾ ਨਾਰਮਲ ਆਂਦੇ ਜਾਂਦੇ ਸਵਾਸਾਂ ਨੂੰ ਮਹਿਸੂਸ ਕਰੋ। ਇਹ ਸਾਨੂੰ ਸਿਧਾਂਤ ਬਣਾ ਕੇ ਦਿੱਤਾ ਔਰ ਨਾਲ ਇਹ ਕਿਹਾ ਕਿ ਦੂਜਿਆਂ ਨੂੰ ਵੀ ਸਿਖਾਓ। ਅਗਰ ਅਸੀਂ ਇੱਕ ਸਿਧਾਂਤ ਨੂੰ ਹੀ ਪਕੜ ਲਈਏ ਤੇ ਸਾਡਾ ਕੰਮ ਹੋ ਜਾਏਗਾ। ਲੇਕਿਨ ਅਸੀਂ ਤੇ ਕਈ ਤਰੀਕੇ ਦੇ ਕਰ ਰਹੇ ਹਾਂ ਧਿਆਨ। ਗੁਰੂ ਕੀ ਕਰ ਰਿਹਾ ਉਹਦੇ ਪਿੱਛੇ ਨਹੀਂ ਜਾਣਾ। ਗੁਰੂ ਨੇ ਸਾਨੂੰ ਕਰਨ ਨੂੰ ਕੀ ਕਿਹਾ, ਸਾਨੂੰ ਕੀ ਸਿਧਾਂਤ ਦਿੱਤਾ, ਅਸੀਂ ਉਹਨਾਂ ਸਿਧਾਂਤਾਂ ਤੇ ਚੱਲਣਾ ਹੈ, ਕਿਉਂਕਿ ਉਹ ਸਿਧਾਂਤ ਗੁਰੂ ਦੀ ਬਾਹ ਹੈ। ਤੇ ਜੇ ਅਸੀਂ ਸਿਧਾਂਤ ਨੂੰ ਛੱਡ ਕੇ ਤੇ ਗੁਰੂ ਦੀ ਨਕਲ ਕਰਨ ਲੱਗ ਗਏ, ਅਸੀਂ ਕਿਧਰੇ ਵੀ ਨਹੀਂ ਪਹੁੰਚਾਂਗੇ। ਸਾਨੂੰ ਜਿਹੜੇ ਉਹਨਾਂ ਨੇ ਸੂਤਰ ਦਿੱਤੇ, ਸਿਧਾਂਤ ਦਿੱਤੇ, ਗੁਰਬਾਣੀ ਵਿੱਚ ਗੁਰੂਆਂ ਨੇ ਸਿਧਾਂਤ ਦਿੱਤੇ, ਸੰਤਾਂ ਮਹਾਂਪੁਰਸ਼ਾਂ ਨੇ ਉਹਨਾਂ ਨੂੰ ਬਾਰ-ਬਾਰ ਖੋਲ ਕੇ ਸਮਝਾਇਆ। ਸਾਡਾ ਕੰਮ ਹੈ ਉਹਨਾਂ ਸਿਧਾਂਤਾਂ ਦਾ ਪਾਲਨ ਕਰਨਾ, ਉਹਨੂੰ ਬਹੁਤ ਸੌਖੇ ਤਰੀਕੇ ਨਾਲ ਸਾਰੇ ਗ੍ਰੰਥਾਂ ਦਾ ਸਾਰ ਕੱਢ ਕੇ। ਤੇ ਪਤਰੀ ਜੀ ਨੇ ਕਹਿਤਾ ਧਿਆਨ ਕਰੋ, ਸਵਾਧਿਆਇ ਕਰੋ, ਸੱਜਣ ਸੰਗਤ ਤੇ ਕਰੋ। ਅੱਜ ਜਿਸ ਵੇਲੇ ਮੈਂ ਗੁਰਬਾਣੀ ਪੜ੍ਹਨੀ ਆ ਤੇ ਕੋਈ ਇਸ ਤਰ੍ਹਾਂ ਦੀ ਗੱਲ ਸਮਝ ਆਉਂਦੀ ਤੇ ਇੰਨੀ ਹੈਰਾਨੀ ਹੁੰਦੀ, ਇਹੀ ਚੀਜ਼ਾਂ ਬਾਰ-ਬਾਰ ਗੁਰਬਾਣੀ ਚ ਗੁਰੂਆਂ ਨੇ ਕਹੀਆਂ। ਸਾਧ ਸੰਗਤ ਕਰੋ, ਸਤਸੰਗ ਕਰੋ, ਪੜੋ ਔਰ ਉਹਦੇ ਤੇ ਚੱਲੋ ਔਰ ਧਿਆਨ ਕਰੋ। ਗੁਰਬਾਣੀ ਤੇ ਚੱਲੋ, ਗੁਰਬਾਣੀ ਪੜੋ, ਧਿਆਨ ਕਰੋ। ਔਰ ਇਹੀ ਚੀਜ਼ਾਂ ਯੋਗ ਵਿਸ਼ਿਸ਼ਟ ਵਿੱਚ ਲਿਖੀਆਂ, ਇਹੀ ਚੀਜ਼ਾਂ ਗੀਤਾ ਵਿੱਚ ਲਿਖੀਆਂ, ਇਹੀ ਚੀਜ਼ਾਂ ਰਾਮਚੰਦਰ ਜੀ ਨੇ, ਜਿਹੜਾ ਯੋਗ ਵਿਸ਼ਿਸ਼ਟ ਰਾਮਚੰਦਰ ਜੀ ਦਾ ਔਰ ਵਾਲਮੀਕੀ ਦਾ ਔਰ ਵਿਸ਼ਿਸ਼ਟ ਦਾ ਸੰਵਾਦ ਹੈ, ਵਿਸ਼ਿਸ਼ਟ ਮਹਾਰਿਸ਼ੀ ਦਾ, ਉਹਦਾ ਵੀ ਨਿਚੋੜ ਇਹੀ ਹੈ ਕਿ ਧਿਆਨ ਕਰੋ, ਸਵਾਧਿਆਇ ਕਰੋ, ਸੱਜਣ ਸੰਗਤ ਤੇ ਕਰੋ। ਸਾਰੇ ਗ੍ਰੰਥਾਂ ਦਾ ਅਗਰ ਨਿਚੋੜ ਕੱਢਿਆ ਜਾਏ ਪੜ੍ਹ ਕੇ ਤੇ ਇਹ ਤਿੰਨ ਚੀਜ਼ਾਂ ਨਿਕਲਦੀਆਂ ਨੇ। ਉਹੀ ਤਿੰਨ ਚੀਜ਼ਾਂ ਸਾਨੂੰ ਪਤਰੀ ਸਰ ਨੇ ਸਮਝਾਤੀਆਂ। ਲੇਕਿਨ ਅਗਰ ਜੋ ਉਹਨਾਂ ਨੇ ਸਾਨੂੰ ਕਿਹਾ ਉਹ ਨਹੀਂ ਕਰ ਰਹੇ ਔਰ ਅਸੀਂ ਹੋਰ ਚੀਜ਼ਾਂ ਕਰ ਰਹੇ ਹਾਂ ਤੇ ਸਾਨੂੰ ਸੋਚਣ ਦੀ ਲੋੜ ਹੈ। ਅਸੀਂ ਗੱਲ ਵਿੱਚ ਉਹਨਾਂ ਦਾ, ਗੁਰੂਆਂ ਦਾ ਜਾਂ ਪਤਰੀ ਸਰ ਦਾ ਜਾਂ ਕਿਸੇ ਸੰਤ ਦਾ, ਮਹਾਂਪੁਰਸ਼ ਦਾ ਉਦਾਹਰਣ ਨਾ ਦਈਏ ਕਿ ਉਹਨਾਂ ਨੇ ਇੰਜ ਕੀਤਾ, ਉਹਨਾਂ ਨੇ ਇੰਜ ਕੀਤਾ। ਸਾਨੂੰ ਕੀ ਕਿਹਾ ਕਰਨ ਲਈ? ਸਾਨੂੰ ਉਹ ਕਰਨਾ ਹੈ। ਔਰ ਜਿਹੜਾ ਸੰਸਾਰ ਵਿੱਚ ਨਿਰਵਾਣ ਕਿਹਾ ਜਾਂਦਾ ਹੈ, ਸੰਸਾਰ ਵਿੱਚ ਰਹਿ ਕੇ ਪਰਿਵਾਰਿਕ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਹੀ ਪਰਮਾਤਮਾ ਨੂੰ ਪਾਉਂਦੇ ਨੇ। ਬਾਬਾ ਸ਼੍ਰੀ ਚੰਦ ਜੀ ਜਿਹੜੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਾਹਿਬਜ਼ਾਦੇ ਹੋਏ ਨੇ, ਉਹਨਾਂ ਦੇ ਜਨਮ ਦੇ ਟਾਈਮ ਹੀ ਗੁਰੂ ਨਾਨਕ ਦੇਵ ਜੀ ਨੇ ਬੇਬੇ ਨਾਨਕੀ ਜੀ ਨੂੰ ਕਿਹਾ ਕਿ ਇਹ ਉਦਾਸੀਨ ਸੰਪਰਦਾਇ ਚਲਾਣਗੇ, ਉਦਾਸੀਨ ਮਤ ਚਲਾਣਗੇ। ਅਸੀਂ ਗ੍ਰਸਥ ਆਸ਼ਰਮ ਨੂੰ ਪ੍ਰਧਾਨਤਾ ਦਿੱਤੀ, ਲੇਕਿਨ ਇਹ ਉਦਾਸੀਨ ਮਤ ਜਿਹੜਾ ਉਹਨੂੰ ਚਲਾਣਗੇ ਔਰ ਬ੍ਰਹਮਚਾਰੀ ਰਹਿਣਗੇ। ਤੇ ਉਹ ਜਿਸ ਵੇਲੇ ਅਵਧੂਤ ਸ਼ੁਰੂ ਤੋਂ ਹੀ ਉਹਨਾਂ ਦੀ ਸਮਾਧੀ ਲੱਗੀ ਰਹਿੰਦੀ ਸੀ ਤੇ ਉਹਨਾਂ ਨੇ ਉਹ ਉਦਾਸੀ ਸੰਪਰਦਾਇ ਚਲਾਇਆ। ਸ਼੍ਰੀ ਚੰਦ ਜੀ ਨੇ ਉਹ ਉਦਾਸ ਹੀ ਰਹਿੰਦੇ ਸੀ। ਮਤਲਬ ਉਦਾਸ ਦਾ ਮਤਲਬ ਨਹੀਂ ਕਿ ਇੱਕ ਪਾਸੇ ਬਹਿ ਜਾਂਦੇ ਸੀ, ਨਹੀਂ, ਸੰਸਾਰ 'ਚ ਰਹਿੰਦੇ ਹੋਏ ਸੰਸਾਰ ਤੋਂ ਉੱਤੇ ਉੱਠ ਜਾਣਾ। ਤੇ ਉਹਨਾਂ ਦਾ ਜਿਸ ਵੇਲੇ ਛੋਟੇ ਸਾਹਿਬਜ਼ਾਦੇ ਸੀ ਜਿਹੜੇ ਲਖਮੀ ਚੰਦ ਜੀ, ਤੇ ਇੱਕ ਵਾਰੀ ਉਹ ਸ਼ਿਕਾਰ ਖੇਡ ਕੇ ਆਏ ਔਰ ਉਹਨਾਂ ਨੇ ਹਿਰਨ ਨੂੰ ਮਾਰਿਆ। ਜਿਸ ਵੇਲੇ ਇੱਕ ਸਿੱਖ ਨੇ ਆ ਕੇ ਦੱਸਿਆ, ਸ਼ਿਕਾਰ ਖੇਡ ਕੇ ਆਏ ਲਖਮੀ ਚੰਦ ਜੀ, ਤੇ ਬਾਬਾ ਸ਼੍ਰੀ ਚੰਦ ਜੀ ਨੂੰ ਪਤਾ ਲੱਗਾ ਤੇ ਬਾਬਾ ਸ਼੍ਰੀ ਚੰਦ ਜੀ ਨੇ ਬਾਬਾ ਲਖਮੀ ਦਾਸ ਜੀ ਨੂੰ ਕਿਹਾ ਕਿ ਇਹ ਤੁਸੀਂ ਜਿਹੜੀ ਨਿਰਦੋਸ਼ ਪ੍ਰਾਣੀ ਦੀ ਹੱਤਿਆ ਕੀਤੀ ਹੈ ਆਪਣੇ ਸ਼ੌਕ ਲਈ, ਇਹਦਾ ਤੁਹਾਨੂੰ ਕਰਮ ਦਾ ਹਿਸਾਬ ਦੇਣਾ ਪਏਗਾ। ਤੇ ਬਾਬਾ ਸ਼੍ਰੀ ਚੰਦ ਜੀ ਨੇ, ਬਾਬਾ ਲਖਮੀ ਦਾਸ ਜੀ ਨੇ ਕਿਹਾ ਅਸੀਂ ਤੇ ਗੁਰੂ ਪੁੱਤਰ ਆ, ਸਾਨੂੰ ਕਿਉਂ ਹਿਸਾਬ ਦੇਣਾ ਪਏਗਾ? ਤੇ ਉਹਨਾਂ ਨੇ ਕਿਹਾ ਨਹੀਂ, ਇੱਥੇ ਕੋਈ ਕਰਮ ਸਿਧਾਂਤ ਵਿੱਚ ਕੋਈ ਛੂਟ ਨਹੀਂ ਹੈ, ਜੋ ਕੀਤਾ ਉਹਦਾ ਹਿਸਾਬ ਹੋਏਗਾ।
ਤੇ ਇਹ ਤੁਸੀਂ ਜਿਹੜੇ ਨਿਰਦੋਸ਼ ਪ੍ਰਾਣੀ ਦੀ ਹੱਤਿਆ ਕੀਤੀ, ਇਹਦਾ ਤੁਹਾਨੂੰ ਵੀ ਹਿਸਾਬ ਦੇਣਾ ਪਏਗਾ। ਤੇ ਲਖਮੀ ਚੰਦ ਜਿਹੜੇ ਸੀ ਉਹਨਾਂ ਨੇ ਕਿਹਾ ਜੇ ਹਿਸਾਬ ਹੀ ਦੇਣਾ ਤੇ ਮੈਂ ਹੁਣੇ ਹੀ ਜਾ ਕੇ ਦੇ ਆਣਾ। ਤੇ ਉਹਨਾਂ ਨੇ ਘੋੜੇ ਤੇ ਆਪਣੀ ਪਤਨੀ ਨੂੰ ਵੀ ਬਿਠਾਇਆ, ਆਪਣਾ ਬੱਚਾ ਛੋਟਾ ਸੀ ਸਾਲ ਡੇਢ ਦਾ ਉਹਨੂੰ ਵੀ ਬਿਠਾਇਆ ਕਿ ਮੈਂ ਪਹਿਲੇ ਹੁਣ ਹਿਸਾਬ ਹੀ ਕਰਕੇ ਆना ਵਾ। ਔਰ ਮਾਤਲੋਕ ਤੋਂ ਜਾਣਾ ਸ਼ੁਰੂ ਕਰਤਾ ਘੋੜੇ ਤੇ ਬੈਠ ਕੇ ਪਰਿਵਾਰ ਸਮੇਤ। ਤੇ ਕਿੰਨੀ ਸ਼ਕਤੀ ਹੋਏਗੀ ਉਹਨਾਂ ਦੇ ਅੰਦਰ। ਤੇ ਬਾਬਾ ਸ਼੍ਰੀ ਚੰਦ ਜੀ ਨੂੰ ਇੱਕ ਸਿੱਖ ਨੇ ਆ ਕੇ ਕਿਹਾ ਕਿ ਲਖਮੀ ਦਾਸ ਜੀ ਘੋੜਾ ਤੇ ਬਿਠਾ ਕੇ ਧਰਮਦਾਸ, ਉਹਨਾਂ ਦੇ ਧਰਮਚੰਦ ਉਹਨਾਂ ਦੇ ਬੇਟੇ ਦਾ ਨਾਮ ਸੀ, ਤੇ ਆਪਣੀ ਪਤਨੀ ਨੂੰ ਬਿਠਾ ਕੇ ਉਹ ਤੇ ਆਕਾਸ਼ ਮਾਰਗ ਤੋਂ ਜਾ ਰਹੇ ਨੇ ਉੱਪਰ। ਤੇ ਬਾਬਾ ਸ਼੍ਰੀ ਚੰਦ ਜੀ ਨੇ 20 ਮੀਲ ਲੰਬੀ ਬਾਹ ਕਰਕੇ ਧਰਮਚੰਦ ਜੀ ਨੂੰ ਉਤਾਰ ਲਿਆ ਕਿ ਤੁਸੀਂ ਜਾਣਾ ਤੇ ਜਾਓ, ਇਹਨੂੰ ਛੋੜ ਜਾਓ, ਕਿਉਂਕਿ ਇਹਦੇ ਤੋਂ ਗੁਰੂ ਨਾਨਕ ਦੀ ਅੰਸ਼ ਚੱਲੇਗੀ, ਬੇਦੀ ਵੰਸ਼ ਚੱਲੇਗੀ। ਤੇ ਉਹਨਾਂ ਨੇ 20 ਮੀਲ ਬਾਹ ਲੰਬੀ ਕਰਕੇ ਬਾਬਾ ਧਰਮਚੰਦ ਜੀ ਨੂੰ ਉਤਾਰ ਲਿਆ ਘੋੜੇ ਤੋਂ। ਹੁਣ ਉਤਾਰ ਤੇ ਲਿਆ, ਲੇਕਿਨ ਉਹ ਤੇ ਛੋਟੇ ਨੇ, ਬੱਚੇ ਨੇ, ਤੇ ਬੱਚੇ ਦੀਆਂ ਆਪਣੀਆਂ ਜ਼ਰੂਰਤਾਂ ਨੇ। ਤੇ ਬਾਬਾ ਸ਼੍ਰੀ ਚੰਦ ਜੀ ਨੇ ਫਿਰ ਉਹਨਾਂ ਦੀ ਪਾਲਣਾ ਕੀਤੀ। ਕਿਧਰੇ ਕਿੱਥੇ ਤੇ ਉਹ ਉਦਾਸੀ ਨੇ, ਸੰਨਿਆਸ ਲਿਆ ਹੋਇਆ ਉਹਨਾਂ ਨੇ, ਤੇ ਉਹ ਹਰ ਸਮੇਂ ਸਮਾਧੀ ਵਿੱਚ। ਕਹਿੰਦੇ ਬਾਬਾ ਸ਼੍ਰੀ ਚੰਦ ਜੀ ਦੀ ਸਮਾਧੀ ਇੰਨੀ ਹੁੰਦੀ ਸੀ, 6-6 ਮਹੀਨੇ ਦੀ ਸਮਾਧੀ ਹੁੰਦੀ ਸੀ ਉਹਨਾਂ ਦੀ, ਇੰਨੀ ਗਹਿਨ ਸਮਾਧੀ ਹੁੰਦੀ ਸੀ। ਤੇ ਉਹ ਜਿਹੜਾ ਬੱਚਾ ਉਹਨੂੰ ਭੁੱਖ ਲੱਗਦੀ ਸੀ, ਤੇ ਉਹ ਆ ਕੇ ਬਾਬਾ ਸ਼੍ਰੀ ਚੰਦ ਜੀ ਦਾ ਅੰਗੂਠਾ ਪੈਰ ਦਾ ਚੂਸਦਾ ਸੀ, ਤੇ ਉਹਨੂੰ ਉਹਦੇ ਚੋਂ ਦੁੱਧ ਮਿਲਦਾ ਸੀ। ਤੇ ਉਹ ਸੇਵਾ ਜਿਹੜੀ ਸੇਵਾਦਾਰ ਸੇਵਾ ਕਰਦੇ ਸੀ, ਉਹਦੀ ਪਰਵਰਿਸ਼ ਕਰਦੇ ਸੀ। ਤੇ ਉਹ ਬੱਚਾ ਜਿਉਂ-ਜਿਉਂ ਵੱਡਾ ਹੋਇਆ, ਕਦੀ ਉਹ ਬਾਬਾ ਸ਼੍ਰੀ ਚੰਦ ਜੀ ਦੇ ਸਮਾਧੀ ਦੇ ਵਿੱਚ ਹੀ ਉਹ ਆ ਕੇ ਉਹਨਾਂ ਦੇ ਗੋਦੀ 'ਚ ਬੈਠ ਜਾਏ, ਕਦੀ ਉਹਨਾਂ ਦੇ ਮੋਢਿਆਂ ਤੇ ਚੜ ਜਾਏ। ਤੇ ਬਾਬਾ ਸ਼੍ਰੀ ਚੰਦ ਜੀ ਉਸ ਵੇਲੇ ਜਿਹੜਾ ਸੇਵਕ ਉਹਨਾਂ ਕੋਲ ਕਮਲੀਆ ਸੀ ਬਚਪਨ ਤੋਂ ਹੀ, ਤੇ ਉਹਨੂੰ ਕਹਿੰਦੇ ਸੀ ਕਿ ਸਾਰਾ ਹਿਸਾਬ ਕਿਤਾਬ ਇੱਥੇ ਹੀ ਦੇਣਾ ਪੈਂਦਾ। ਅਸੀਂ ਬਚਪਨ ਵਿੱਚ ਤੇਰੇ ਮੋਢਿਆਂ ਤੇ ਚੜਦੇ ਰਹੇ, ਤੇ ਅੱਜ ਸਾਡੇ ਮੋਢਿਆਂ ਤੇ ਚੜਨ ਵਾਲਾ ਵੀ ਆ ਗਿਆ। ਤੇ ਪਰਮਾਤਮਾ ਨੇ ਇੰਨਾ ਸੋਹਣਾ ਹਿਸਾਬ ਬਣਾਇਆ ਕਿ ਇੱਥੇ ਦਾ ਇੱਥੇ ਹੀ ਨਿਪਟਾ ਕੇ ਜਾਣਾ ਪੈਂਦਾ। ਤੇ ਅਸੀਂ ਸੰਨਿਆਸੀ ਹਾਂ, ਅਸੀਂ ਬ੍ਰਹਮਚਾਰੀ ਧਾਰਨ ਕੀਤਾ, ਗ੍ਰਸਥ ਆਸ਼ਰਮ ਨੂੰ ਨਹੀਂ ਅਪਣਾਇਆ, ਲੇਕਿਨ ਪਰਮਾਤਮਾ ਨੇ ਫਿਰ ਵੀ ਸਾਨੂੰ ਪਰਿਵਾਰਿਕ ਜ਼ਿੰਮੇਵਾਰੀ ਨਿਭਾਉਣ ਦਾ ਮੌਕਾ ਦਿੱਤਾ, ਤਾਂ ਕਿ ਅਸੀਂ ਸੰਨਿਆਸ ਵਿੱਚ ਵੀ ਅਸੀਂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਾਂ। ਅਸੀਂ ਇਸ ਬੱਚੇ ਦੀ ਪਰਵਰਿਸ਼ ਕਰ ਰਹੇ ਹਾਂ ਤਾਂ ਕਿ ਇਹਦੇ ਤੋਂ ਅੱਗੇ ਗੁਰੂ ਨਾਨਕ ਦੀ ਬੇਦੀ ਕੁਲ ਚੱਲੇ। ਤੇ ਉੱਥੋਂ ਗੁਰੂ ਨਾਨਕ ਦੇਵ ਜੀ ਦੀ ਕੁਲ ਅੱਗੇ ਚੱਲੀ, ਬੇਦੀ ਕੁਲ, ਜਿਹਦੀ ਅੱਜ ਵੀ ਬਹੁਤ ਪੂਜਾ ਹੁੰਦੀ ਹੈ। ਤੇ ਬਾਬਾ ਸ਼੍ਰੀ ਚੰਦ ਜੀ ਨੇ ਇੰਨੀਆਂ ਉਹਨਾਂ ਕੋਲ ਸ਼ਕਤੀਆਂ ਸੀ, ਤੇ ਉਹਨਾਂ ਦੇ ਪੈਰ ਦਾ ਅੰਗੂਠਾ ਧਰਮਚੰਦ ਜੀ ਚੂਸ ਕੇ ਤੇ ਉਹ ਉਹਨਾਂ ਨੂੰ ਦੁੱਧ ਮਿਲ ਜਾਂਦਾ ਸੀ ਉਹਦੇ ਚੋਂ। ਤੇ ਕਲਪਨਾ ਕਰਕੇ ਅਸੀਂ ਦੇਖੀਏ ਇੱਕ ਵਾਰੀ ਕਿ ਅਸੀਂ ਗੱਲਾਂ ਤੇ ਬਹੁਤ ਕਰ ਲੈਂਦੇ ਹਾਂ। ਅਸੀਂ ਇਹ ਵੀ ਇੱਥੇ ਪ੍ਰਚਾਰਕ ਵੀ ਕਹਿੰਦੇ ਨੇ ਕਿ ਬਾਬਾ ਸ਼੍ਰੀ ਚੰਦ ਜੀ ਨੇ ਵਚਨ ਨਹੀਂ ਮੰਨੇ, ਲੇਕਿਨ ਨਹੀਂ, ਉਹਨਾਂ ਨੇ ਗੁਰੂ ਨਾਨਕ ਦੀ ਬਾਣੀ ਦਾ ਇੰਨਾ ਪ੍ਰਚਾਰ ਕੀਤਾ, ਔਰ ਜਿਹੜਾ ਨਿਰਮਲ ਪੰਥ ਚਲਾਇਆ, ਨਿਰਮਲ ਸਾਧੂ, ਨਿਰਮਲੇ ਸਾਧੂ ਜਿਹਨੂੰ ਕਹਿੰਦੇ ਨੇ, ਉਹਨਾਂ ਨੇ ਗੁਰੂ ਨਾਨਕ ਦੇ ਦਿੱਤੇ ਹੋਏ ਸਿਧਾਂਤ ਨੂੰ ਗੁਰੂ ਨਾਨਕ ਦੇਵ ਜੀ ਦੀ ਤਰ੍ਹਾਂ ਹੀ ਯਾਤਰਾ ਕੀਤੀਆਂ, ਤੇ ਗੁਰੂ ਨਾਨਕ ਦੇਵ ਜੀ ਦੇ ਦਿੱਤੇ ਹੋਏ ਸਿਧਾਂਤ ਨੂੰ ਸੰਸਾਰ ਨੂੰ ਦਿੱਤਾ। ਤੇ ਉਹਨਾਂ ਕੋਲ ਇੰਨੀਆਂ ਸ਼ਕਤੀਆਂ ਸੀ ਕਿ ਉਹ ਜਿੱਥੇ ਜਾਂਦੇ ਸੀ ਉੱਥੇ ਰੋਗੀਆਂ ਦੇ, ਉਸ ਨਗਰ ਦੇ ਰੋਗੀਆਂ ਦੇ ਰੋਗ ਠੀਕ ਹੋ ਜਾਂਦੇ ਸੀ। ਤੇ ਉਹਨਾਂ ਨੇ ਉਹ ਗੁਰਬਾਣੀ ਦੇ ਜਿਹੜੇ ਸਿਧਾਂਤ ਨੇ, ਉਹ ਗੁਰਬਾਣੀ ਜਿਹੜੀ ਹੈ ਘਰ ਘਰ ਪਹੁੰਚਾਉਣ ਦਾ ਕੰਮ ਕੀਤਾ। ਤੇ ਬਾਬਾ ਸ਼੍ਰੀ ਚੰਦ ਜੀ ਜਿਹੜੇ ਸੀ, ਉਹਨਾਂ ਨੇ 6ਵੀਂ ਪਾਤਸ਼ਾਹੀ ਤੱਕ, ਉਹਨਾਂ ਦੀ ਉਮਰ ਬਹੁਤ ਲੰਬੀ ਸੀ, 6ਵੀਂ ਪਾਤਸ਼ਾਹੀ ਤੱਕ ਉਹਨਾਂ ਨੇ ਗੁਰੂ ਘਰ ਦੀ ਮਰਿਆਦਾ ਜਿਹੜੀ ਸੀ, ਗੁਰੂ ਘਰ ਦੀ ਸੇਵਾ ਨਿਭਾਈ। ਔਰ ਫਿਰ ਉਹ ਜਿਸ ਵੇਲੇ ਉਹਨਾਂ ਨੇ ਆਪਣਾ ਉੱਤਰਾਧਿਕਾਰੀ ਢੂੰਡਣਾ ਸੀ, ਜਿਹਨੂੰ ਆਪਣੀ ਗੱਦੀ ਤੇ ਬਿਠਾਣਾ ਸੀ, ਤੇ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਿਹੜੇ ਸਪੁੱਤਰ ਬਾਬਾ ਗੁਰਦਿੱਤਾ ਜੀ ਸੀ, ਉਹ ਜਾ ਕੇ ਕਿਹਾ ਕਿ ਇਹ ਆਪਣਾ ਸਾਹਿਬਜ਼ਾਦਾ ਸਾਡੀ ਝੋਲੀ ਪਾ ਦਿਓ, ਔਰ ਅਸੀਂ ਇਹਨੂੰ ਆਪਣੇ ਉਦਾਸੀ ਮਤ ਦਾ ਉੱਤਰਾਧਿਕਾਰੀ ਬਣਾਉਣਾ। ਤੇ ਉਹ ਵੀ ਜਾ ਕੇ ਉਹਨਾਂ ਨੇ ਗੁਰੂ ਘਰ ਚੋਂ ਹੀ ਲਿਆ। ਤੇ ਲੇਕਿਨ ਗੱਲ ਹੈ ਕਿ ਜਿਹੜਾ ਕਲਾਸ ਹੁੰਦੀ ਹੈ, ਤੇ ਕਲਾਸ ਵਿੱਚ ਮੋਨੀਟਰ ਤੇ ਇੱਕੋ ਹੀ ਹੁੰਦਾ, ਤੇ ਉਹ ਪਿਛਲੇ ਜਨਮਾਂ ਦੀ ਸਾਰੀ ਸਾਧਨਾ ਦੇ ਹਿਸਾਬ ਨਾਲ, ਜਿਸ ਤਰ੍ਹਾਂ ਅਸੀਂ ਦੇਖਿਆ ਕਿ ਗੁਰੂ ਪਦਵੀ ਤੇ ਇੱਕ ਨੂੰ ਹੀ ਮਿਲਣੀ ਸੀ, ਲੇਕਿਨ ਹਰ ਇੱਕ ਦੀ ਆਪਣੀ ਆਪਣੀ ਸ਼ਕਤੀ, ਆਪਣੀ ਆਪਣੀ ਅਵਸਥਾ ਸੀ, ਔਰ ਆਪਣੇ ਆਪਣੇ ਕੰਮ 'ਚ ਸਾਰੇ ਲੱਗੇ ਰਹੇ। ਤੇ ਇਸ ਲਈ ਸਾਨੂੰ ਕਿੰਤੂ ਪਰੰਤੂ ਕਿਸੇ ਤੇ ਨਹੀਂ ਕਰਨਾ ਚਾਹੀਦਾ। ਜੋ ਸਿਧਾਂਤ ਸਾਨੂੰ ਦਿੱਤੇ ਨੇ, ਅਸੀਂ ਉਹਨਾਂ ਸਿਧਾਂਤਾਂ ਤੇ ਚੱਲੀਏ ਔਰ ਆਪਣੇ ਆਪ ਤੇ ਕੰਮ ਕਰੀਏ, ਆਪਣਾ ਜਨਮ ਸਵਾਰੀਏ। ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੋ ਮੈਨੂੰ ਸਮਝ ਆਇਆ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ। ਸੋ ਇੱਕ ਵਾਰੀ ਫੇਰ ਸਾਰਿਆਂ ਨੂੰ ਗੁਰਪੁਰਬ ਦੀ ਬਹੁਤ 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 ਲੱਖ ਲੱਖ ਵਧਾਈ ਹੋਵੇ। ਔਰ ਗੁਰਦੁਆਰੇ ਜਾਓ, ਬਾਣੀ ਸੁਣੋ, ਲੰਗਰ ਛਕੋ,
ਤੇ ਸੇਵਾ ਕਰੋ, ਜੋ ਸਿਧਾਂਤ ਸਾਨੂੰ ਦਿੱਤੇ ਨੇ ਗੁਰੂ ਨਾਨਕ ਦੇਵ ਜੀ ਨੇ, ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਨ ਪਾਈਏ। ਸੇਵਾ ਕਰੀਏ ਅਸੀਂ, ਤੇ ਸੇਵਾ ਕਰਨੀ ਨਹੀਂ ਹੈ ਖਾਲੀ, ਸੇਵਾ ਕਰੀਏ ਨਹੀਂ ਕਿਹਾ, ਵਿੱਚ ਦੁਨੀਆ ਸੇਵ ਕਮਾਈਏ, ਕਮਾਣੀ ਹੈ ਸੇਵਾ। ਸੇਵਾ ਵਿੱਚ ਡੁੱਬ ਕੇ ਸੇਵਾ ਦਾ ਰਸ ਲੈਣਾ। ਐ ਨਹੀਂ ਕਿ ਮੈਨੂੰ ਲੋਕ ਦੇਖਣ ਕਿ ਬਹੁਤ ਸੇਵਾ ਕਰ ਰਿਹਾ ਹੈ ਜਾਂ ਇਹਨੇ ਬਹੁਤ ਸੇਵਾ ਕੀਤੀ ਹੈ ਤੇ ਮੇਰਾ ਨਾਮ ਹੋ ਜਾਏ, ਨਹੀਂ। ਪਰਮਾਤਮਾ ਦੇਖੇ, ਪਰਮਾਤਮਾ ਦੀ ਨਜ਼ਰ ਥੱਲੇ ਮੈਂ ਆ ਜਾਵਾਂ, ਤੇ ਉਹ ਸੇਵਾ ਜਿਹੜੀ ਏ ਉਹ ਫਿਰ ਪਰਮਾਤਮਾ ਦੀ ਦਰਗਾਹ ਵਿੱਚ ਲੈ ਜਾਂਦੀ ਹੈ। ਸੋ ਸਾਨੂੰ ਵੀ ਉਹਨਾਂ ਸਿਧਾਂਤਾਂ ਤੇ ਚੱਲਣਾ ਆ ਜਾਏ, ਔਰ ਅਸੀਂ ਵੀ ਆਪਣੇ ਜੀਵਨ 'ਚ ਇਹ ਸਾਰੀਆਂ ਚੀਜ਼ਾਂ ਅਪਣਾਈਏ, ਔਰ ਅਸੀਂ ਵੀ, ਸਾਡੀ ਵੀ ਬਾਂਹ ਸ਼੍ਰੀ ਗੁਰੂ ਨਾਨਕ ਦੇਵ ਜੀ ਪਕੜਨ, ਤੇ ਅਸੀਂ ਵੀ ਇਸ ਸੰਸਾਰ ਸਾਗਰ ਤੋਂ ਪਾਰ ਹੋ ਜਾਈਏ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਵਧਾਈ। ਥੈਂਕ ਯੂ, ਥੈਂਕ ਯੂ, ਥੈਂਕ ਯੂ।